ਸੰਤ ਚਰਨ ਕਮਲ ਕਲਮਲ ਨਿਵਾਰਨ ਔਰ ਤਰ ਧਿਆਨ ਧਿਆਨ ਤਨ ਕੋ ਸ੍ਰੀ ਨਾਨਕ ਇਤਿਹਾਸ ਬਖਾਨੋ ਦੁਖ ਨਾਸ਼ਨ ਪ੍ਰਣ ਜਨਕ ਦੁਈਆ ਸੰਤ ਚਰਨ ਕਮਲ ਕਲਮਲ ਨਿਵਾਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਵਾਜੀ। ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੀ ਅਪਰੰਪਾਰ ਕਿਰਪਾ ਦਾ ਸਦਕਾ ਸਤਿਗੁਰੂ ਜੀ ਦੇ ਸੋਹਣੇ ਪਰਮ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤੱਲਣ ਵਿਖੇ ਸੰਗਤ ਰੂਪ ਦੇ ਵਿੱਚ ਜੁੜ ਬੈਠਣ ਦਾ, ਸਤਿਗੁਰੂ ਜੀ ਦੇ ਦੀਦਾਰ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨਾਂ ਵਿੱਚ ਰੱਬੀ ਬਾਣੀ ਦੇ ਮਨੋਹਰ ਕੀਰਤਨ ਤਥਾ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕਰ ਚੁੱਕੇ ਹਾਂ। ਉਪਰੰਤ ਸਤਿਗੁਰੂ ਪਾਤਸ਼ਾਹ ਜੀ ਦੇ ਦਰ ਘਰ ਵਿਖੇ ਨਿੱਤਾ ਪ੍ਰਤੀ ਜੋ ਲੜੀਵਾਰ ਗੁਰ ਇਤਿਹਾਸ ਦੀ ਕਥਾ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਜੀਵਨ ਆਪਾਂ ਰਲ ਮਿਲ ਕੇ ਸਰਵਣ ਕਰਦੇ ਹਾਂ, ਵਿਚਾਰਾਂ ਦੀ ਸਾਂਝ ਕਰਦੇ ਹਾਂ। ਕਥਾ ਦਾ ਸਮਾਂ ਹੋਇਆ ਹੈ। ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਜਿਸ ਸੁਚੱਜੇ ਢੰਗ ਦੇ ਨਾਲ ਕਾਵਿ ਦੇ ਨਿਯਮਾਂ ਦੇ ਮੁਤਾਬਕ ਸੁੰਦਰ ਛੰਦਾਬੰਦੀ ਕੀਤੀ ਹੈ, ਸੁੰਦਰ ਛੰਦਾਬੰਦੀ ਦੇ ਅੰਦਰ ਸਤਿਗੁਰੂ ਸਾਹਿਬ ਜੀ ਦਾ ਇਤਿਹਾਸ ਅੰਕਿਤ ਕੀਤਾ ਹੈ, ਉਹ ਆਪਾਂ ਸਰਵਣ ਕਰਦੇ ਆ ਰਹੇ ਹਾਂ। ਬੀਤੇ ਕੱਲ੍ਹ ਸਰਵਣ ਕੀਤਾ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਮੋਦੀ ਖਾਨਾ ਤਿਆਗ ਕੇ, ਘਰ-ਬਾਰ ਤਿਆਗ ਕੇ ਸੁਲਤਾਨਪੁਰ ਨਗਰ ਦੇ ਬਾਹਰ-ਬਾਹਰ ਜੰਗਲਾਂ ਦੇ ਵਿੱਚ ਜਾ ਬੈਠੇ, ਸਮਾਧੀ ਸਥਿਤ ਹੋ ਗਏ। ਕਿਸੇ ਇੱਕ ਮਨੁੱਖ ਨੇ ਰਾਏ ਭੋਏ ਦੀ ਤਲਵੰਡੀ ਸਤਿਗੁਰੂ ਜੀ ਦੇ ਜਨਮ ਭੋਏ ਜਨਮ ਨਗਰ ਵਿਖੇ ਜਾ ਕੇ ਪਿਤਾ ਮਹਿਤਾ ਕਾਲੂ ਜੀ ਨੂੰ ਇਹ ਸੁਨੇਹਾ ਦੇ ਦਿੱਤਾ, ਗੱਲ ਦੱਸ ਦਿੱਤੀ। ਮਹਿਤਾ ਕਾਲੂ ਜੀ ਸੁਣ ਕੇ ਬੜੇ ਦੁਖੀ ਹੋਏ। ਉਹਨਾਂ ਨੇ ਝੱਟ ਹੀ ਭਾਈ ਮਰਦਾਨਾ ਜੀ ਨੂੰ ਆਪਣੇ ਘਰ ਬੁਲਾਇਆ ਅਤੇ ਆਖਿਆ ਕਿ ਭਾਈ ਮਰਦਾਨਾ ਜੀ, ਤੁਸੀਂ ਹੁਣੇ ਇਸੇ ਵਕਤ ਸੁਲਤਾਨਪੁਰ ਵੱਲ ਜਾਓ। ਮੈਂ ਕਿਸੇ ਤੋਂ ਸੁਣਿਆ ਕਿ ਮੇਰਾ ਪੁੱਤਰ ਗੁਰੂ ਨਾਨਕ ਉਹ ਸਭ ਕੁਝ ਛੱਡ ਛੁਡਾ ਕੇ ਫਕੀਰ ਹੋ ਗਿਆ ਹੈ, ਜਿਸ ਕਰਕੇ ਉਹਨਾਂ ਦੀ ਖਬਰ ਸੁਧ ਤੁਸੀਂ ਆਪ ਜਾ ਕੇ ਲਓ ਕਿ ਕੀ ਕਾਰਨ ਬਣਿਆ ਹੈ, ਕਿਉਂ ਉਹਨਾਂ ਨੇ ਇਹ ਸਾਧੂ ਫਕੀਰਾਂ ਵਾਲਾ ਭੇਖ ਧਾਰਨ ਕਰ ਲਿਆ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਦੇ ਬਚਨ ਮੰਨ ਕੇ ਭਾਈ ਮਰਦਾਨਾ ਜੀ ਤਤਸ਼ਿਨ ਹੀ ਸੁਲਤਾਨਪੁਰ ਵੱਲ ਨੂੰ ਰਵਾਨਾ ਹੋ ਗਏ। ਭੈਣ ਨਾਨਕੀ ਦੇ ਘਰ ਪਹੁੰਚੇ। ਭੈਣ ਨਾਨਕੀ ਜੀ ਨੂੰ ਰਾਜੀ ਖੁਸ਼ੀ ਪੁੱਛੀ, ਤਲਵੰਡੀ ਨਗਰ ਦੀ ਰਾਜੀ ਖੁਸ਼ੀ ਮਾਤਾ ਪਿਤਾ ਦੀ ਰਾਏ ਬੁਲਾਰ ਦੀ ਦੱਸੀ ਅਤੇ ਨਾਲ ਹੀ ਆਪਣੇ ਆਉਣ ਦਾ ਕਾਰਨ ਦੱਸਿਆ ਕਿ ਮੈਂ ਆਹ ਖਬਰ ਸੁਣ ਕੇ ਮਹਿਤਾ ਕਾਲੂ ਜੀ ਨੇ ਮੈਨੂੰ ਸਤਿਗੁਰੂ ਜੀ ਦੀ ਖਬਰ ਸੁਧ ਲੈਣ ਵਾਸਤੇ ਇੱਥੇ ਭੇਜਿਆ ਹੈ। ਭੈਣ ਨਾਨਕੀ ਜੀ ਨੇ ਆਖਿਆ, ਭਾਈ ਮਰਦਾਨੇ, ਤੂੰ ਆਪਣੇ ਅੱਖਾਂ ਦੇ ਨਾਲ ਦੇਖਦਾ ਹੀ ਹੈ, ਬਾਕੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਿਰਤੀ ਤੋਂ ਤੂੰ ਜਾਣੂ ਹੈ, ਕਿਉਂਕਿ ਉਹਨਾਂ ਦਾ ਬਚਪਨ ਦਾ ਸਾਥੀ ਹੈ ਤੂੰ। ਘਰ ਪਰਿਵਾਰ ਉਹਨਾਂ ਦਾ, ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਪੁੱਤਰ ਲਖਮੀ ਦਾਸ ਨੂੰ ਸਤਿਗੁਰੂ ਸਾਹਿਬ ਜੀ ਦੇ ਸਹੁਰੇ ਬਟਾਲੇ ਵਿਖੇ ਲੈ ਗਏ ਹਨ। ਗੁੱਸੇ ਹੋ ਕੇ ਬਾਬਾ ਸ਼੍ਰੀ ਚੰਦ ਜੀ ਨੂੰ, ਆਪਣੇ ਭਤੀਜੇ ਨੂੰ ਮੈਂ ਮਸਾਂ ਮਿੰਨਤਾਂ ਕਰਕੇ ਉਹਨਾਂ ਕੋਲੋਂ ਆਪਣੇ ਕੋਲ ਰੱਖਿਆ ਹੈ। ਔਰ ਸਤਿਗੁਰੂ ਪਾਤਸ਼ਾਹ ਜੀ
ਨਗਰ ਦੇ ਬਾਹਰ-ਬਾਰ ਉਜਾੜ ਜੰਗਲ ਬਿਆਬਾਨ ਦੇ ਵਿੱਚ ਜਾ ਬਰਾਜੇ ਹਨ। ਬਾਕੀ ਜੇ ਬਹੁਤੀ ਖਬਰ ਲੈਣੀ ਚਾਹੁੰਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਚਲਿਆ ਜਾ, ਉਹ ਤੈਨੂੰ ਇਹ ਸਾਰਾ ਕਾਰਨ ਦੱਸ ਦੇਣਗੇ। ਭੈਣ ਨਾਨਕੀ ਜੀ ਤੋਂ ਆਗਿਆ ਪਾ ਕੇ ਭਾਈ ਮਰਦਾਨਾ ਜੀ ਜੰਗਲ ਦੇ ਵਿੱਚ ਜਾ ਪਹੁੰਚੇ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਬੈਠੇ ਸਨ। ਰਸਤੇ ਵਿੱਚ ਜਾਂਦਿਆਂ ਭਾਈ ਮਰਦਾਨਾ ਸੋਚਦਾ ਹੈ, ਸਤਿਗੁਰੂ ਜੀ ਇਹ ਪਿੰਡ ਤੋਂ ਬਾਹਰ-ਬਾਰ ਉਜਾੜ ਬਿਆਬਾਨ ਵਿੱਚ ਬੈਠੇ ਆ ਤਾਂ ਨਿਸ਼ਚੈ ਹੀ ਉਹ ਫਕੀਰ ਹੋ ਗਏ ਆ, ਸੰਤ ਬਣ ਗਏ ਆ। ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ, ਸਾਹਮਣੇ ਨੇਤਰਾਂ ਦੇ ਨਾਲ ਦਰਸ਼ਨ ਕੀਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤਨ ਦੇ ਉੱਤੇ ਭਗਵੇਂ ਰੰਗ ਦੇ ਕੱਪੜੇ, ਖਫਣੀ ਪਹਿਨੀ ਹੋਈ, ਉੱਤੇ ਚਾਦਰਾ ਲਿਆ ਹੋਇਆ ਦੇਖ ਕੇ, ਸਿਰ ਦੇ ਉੱਤੇ 2 ਗਜ ਦਾ ਸਾਫਾ ਬੰਨ੍ਹਿਆ ਹੋਇਆ ਦੇਖ ਕੇ ਭਾਈ ਮਰਦਾਨਾ ਮਨ ਵਿੱਚ ਸੋਚਦਾ ਹੈ ਕਿ ਕਿੰਨੇ ਮਹਿੰਗੇ ਵਸਤਰ ਪਸ਼ਮੀਨੇ ਦੇ, ਰੇਸ਼ਮੀ ਇਹ ਪਹਿਨਦੇ ਸਨ, ਕਿਵੇਂ ਸੋਨੇ ਦੇ ਗਹਿਣਿਆਂ ਦੇ ਨਾਲ ਸਜੇ ਧਜੇ ਰਹਿੰਦੇ ਸਨ। ਪਰ ਇਹਨਾਂ ਨੇ ਕਿਹੋ ਜਿਹਾ ਭੇਖ ਧਾਰਨ ਕਰ ਲਿਆ ਹੈ। ਜਾ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ, ਕੋਲ ਬਹਿ ਕੇ ਪੁੱਛਦਾ, ਮਹਾਰਾਜ ਆਪ ਜੀ ਨੇ ਐਸਾ ਭੇਖ ਧਾਰਨ ਕਿਉਂ ਕੀਤਾ ਹੈ? ਔਰ ਬੜਾ ਸੋਹਣਾ ਮੋਦੀ ਖਾਨੇ ਦਾ, ਹੱਟ ਸਾਹਿਬ ਦਾ ਕੰਮਕਾਰ ਆਪ ਜੀ ਦਾ ਚੱਲਦਾ ਸੀ, ਆਪ ਜੀ ਨੇ ਉਹ ਕਿਉਂ ਤਿਆਗ ਦਿੱਤਾ ਹੈ? ਮੇਰੀ ਜਾਚੇ ਤਾਂ ਆਪ ਜੀ ਨੇ ਇਹ ਬੱਚਿਆਂ ਵਾਲੀ ਨਾਦਾਨੀ ਵਾਲੀ ਗੱਲ ਕੀਤੀ ਹੈ, ਐਸਾ ਨਹੀਂ ਕਰਨਾ ਚਾਹੀਦਾ ਸੀ। ਸਤਿਗੁਰੂ ਪਾਤਸ਼ਾਹ ਪੁੱਛਦੇ ਆ, ਭਾਈ ਮਰਦਾਨੇ ਜਿਸ ਵੇਲੇ ਸਾਡੇ ਵਿਆਹ ਦੇ ਵਕਤ ਤੂੰ ਇੱਥੇ ਸੁਲਤਾਨਪੁਰ ਆਇਆ ਸੀ ਤੇ ਸਾਡੇ ਕੋਲੋਂ ਆ ਕੇ ਮੰਗ ਮੰਗੀ ਸੀ ਇੱਕ, ਕਿ ਮੈਨੂੰ ਕੋਈ ਬਖਸ਼ਿਸ਼ ਕਰੋ, ਉਸ ਵੇਲੇ ਤੈਨੂੰ ਅਸੀਂ ਇੱਕ ਦਾਤ ਬਖਸ਼ੀ ਸੀ ਕੀਰਤਨ ਦੀ, ਰਾਗ ਦੀ, ਉਹਨੂੰ ਕੰਮ ਵਿੱਚ ਲਿਆਂਦਾ ਹੈ ਜਾਂ ਨਹੀਂ? ਕਹਿੰਦਾ ਮਹਾਰਾਜ ਮੈਂ ਹਾਲੇ ਤੱਕ ਨਹੀਂ ਵਰਤਿਆ, ਨਾ ਕਦੇ ਗਾਇਆ ਤੇ ਨਾ ਕਦੇ ਕੋਈ ਸਾਜ਼ ਵਜਾਇਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਭਾਈ ਮਰਦਾਨੇ ਫਿਰ ਇਸ ਤਰ੍ਹਾਂ ਕਰ, ਉਹ ਜਿਹੜਾ ਕਾਰਜ ਅਸੀਂ ਕਰਨਾ ਸੀ ਨਾ, ਜਿਸ ਕਾਰਜ ਨੂੰ ਮੁੱਖ ਰੱਖਦਿਆਂ ਹੋਇਆਂ ਤੈਨੂੰ ਬਖਸ਼ਿਸ਼ ਕੀਤੀ ਸੀ, ਉਹ ਕੰਮ ਕਰਨ ਦਾ, ਉਹ ਕਾਰਜ ਕਰਨ ਦਾ ਸਮਾਂ ਆ ਬਣਿਆ ਤੇ ਹੁਣ ਤੂੰ ਸਾਡੇ ਕੋਲੋਂ ਵਾਪਸ ਨਾ ਜਾਈਂ, ਹਮੇਸ਼ਾ ਸਾਡੇ ਨਾਲ ਰਹਿਣਾ। ਕਹਿੰਦਾ ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ ਮੇਰਾ ਮਨ ਖਿੱਚਿਆ ਗਿਆ, ਤੁਹਾਡੇ ਤੋਂ ਬਿਨਾਂ ਮੇਰੇ ਮਨ ਦੇ ਵਿੱਚ ਹੁਣ ਕੋਈ ਐਸੀ ਆਸ ਨਹੀਂ ਹੈ ਕਿ ਮੈਂ ਹੋਰ ਕਿਤੇ ਚਲਿਆ ਜਾਵਾਂ, ਤੁਹਾਡੇ ਪਾਸ ਹੀ ਰਹਾਂਗਾ, ਤੁਹਾਡਾ ਹੁਕਮ ਸਿਰ ਮੱਥੇ ਹੈ। ਪਰ ਮੁਸ਼ਕਿਲ ਇੱਕ ਇਹ ਆਣ ਬਣੀ ਹੈ ਕਿ ਤੁਹਾਡੇ ਪਿਤਾ ਜੀ ਨੇ ਮੈਨੂੰ ਤੁਹਾਡੀ ਖਬਰ ਸੁਧ ਲੈਣ ਵਾਸਤੇ ਇੱਥੇ ਭੇਜਿਆ ਤੇ ਉਹ ਮੈਨੂੰ ਪਿੱਛੇ ਤਲਵੰਡੀ ਨਗਰ ਵਿੱਚ ਉਡੀਕਦੇ ਹੋਣਗੇ। ਜੇਕਰ ਮੈਂ ਆਪ ਜੀ ਦੇ ਕੋਲ ਰਹਿ ਜਾਂਦਾ ਹਾਂ, ਆਪ ਜੀ ਦਾ ਵਚਨ ਮੰਨਣਾ ਮੇਰੇ ਲਈ ਜ਼ਰੂਰੀ ਹੈ ਤੇ ਉਹਨਾਂ ਦੇ ਮਨ ਵਿੱਚ ਬਹੁਤੀ ਚਿੰਤਾ ਹੋਵੇਗੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਾ ਜੀ ਉੱਧਰ ਜਾਣ ਦਾ ਖਿਆਲ ਛੱਡ ਦਿਓ, ਜੇ ਤਾਂ ਰਹਿਣਾ ਤੁਸੀਂ ਖੁਸ਼ੀਆਂ ਆਨੰਦਾਂ ਦੇ ਵਿੱਚ, ਸੁੱਖ ਭੋਗਣੇ ਹੈ, ਫਿਰ ਭਾਵੇਂ ਘਰ ਚਲੇ ਜਾਓ, ਤਲਵੰਡੀ ਨਗਰ ਮੇਰੇ ਪਿਤਾ ਜੀ ਕੋਲ ਚਲੇ ਜਾਓ, ਤੁਹਾਨੂੰ ਸੁੱਖ ਆਰਾਮ ਵੀ ਮਿਲਣਗੇ, ਪਰਿਵਾਰ ਵਿੱਚ ਵੀ ਰਹੋਗੇ, ਬੈਠੋਗੇ, ਭੋਜਨ ਪ੍ਰਸ਼ਾਦਾ ਰੱਜ ਕੇ ਛਕੋਗੇ, ਪਹਿਨੋਗੇ, ਹੰਢਾਓਗੇ। ਪਰ ਜੇ ਸਾਡੇ ਨਾਲ ਰਹਿਣਾ, ਸਾਡੇ ਨਾਲ ਤਾਂ ਭੁੱਖ ਤੇ ਵੀ ਕੱਟਣੀ ਪੈਣੀ ਹੈ, ਵਸਤਰਾਂ ਤੋਂ ਵਿਹੂਣਾ ਵੀ ਰਹਿਣਾ ਪੈਣਾ, ਤੇ ਸੌਣ ਵਾਸਤੇ ਕੋਈ ਬੈੱਡ, ਕੋਈ ਬਿਸਤਰਾ, ਕੋਈ ਰਜਾਈਆਂ ਤਲਾਈਆਂ ਨਹੀਂ ਮਿਲਣੀਆਂ, ਭੂਮਾਸ ਨਹੀਂ ਕਰਨਾ ਪੈਣਾ। ਜੇ ਤਿੰਨੇ ਗੱਲਾਂ ਮਨਜ਼ੂਰ ਹੈ ਫਿਰ ਤਾਂ ਸਾਡੇ ਕੋਲ ਰਹਿ ਲੈ, ਬਾਕੀ ਤੇਰੇ ਮਨ ਦੀ ਮਰਜ਼ੀ ਹੈ। ਉਸ ਵੇਲੇ ਕਹਿਣ ਲੱਗਾ, ਮਹਾਰਾਜ ਤੁਹਾਡਾ ਹੁਕਮ ਮੇਰੇ ਲਈ ਜ਼ਰੂਰੀ ਹੈ, ਮੈਂ ਨਹੀਂ ਜਾਵਾਂਗਾ। ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ, ਜਾਓ, ਇਸ ਸੁਲਤਾਨਪੁਰ ਨਗਰ ਦੇ ਵਿੱਚ ਜਿੱਥੇ ਮਰਾਸੀਆਂ ਦੇ, ਡੂਮਾਂ ਦੇ ਘਰ ਹੈ, ਰਾਗ ਗਾਇਨ ਕਰਨ ਵਾਲਿਆਂ ਦੇ ਘਰ ਹਨ, ਉਹਨਾਂ ਤੋਂ ਰਬਾਬ ਲੈ ਕੇ ਆਓ। ਮਰਦਾਨੇ ਤੂੰ ਰਬਾਬ ਵਜਾਇਆ ਕਰ ਤੇ ਆਪਾਂ ਰਲ ਮਿਲ ਕੇ ਕੀਰਤਨ ਕਰਿਆ ਕਰਾਂਗੇ, ਰੱਬ ਦੀ ਸਿਫਤ ਸਲਾਹ ਕਰਿਆ ਕਰਾਂਗੇ। ਐ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ। ਕਹਿੰਦਾ ਮਹਾਰਾਜ ਰਬਾਬ ਲਿਆਉਣ ਵਾਸਤੇ ਤਾਂ ਪੈਸਾ ਧੇਲਾ ਤਾਂ ਚਾਹੀਦਾ ਹੀ ਆ ਨਾ, ਰੁਪਈਏ ਚਾਹੀਦੇ ਆ, ਤੇ ਮੇਰੇ ਕੋਲ ਤਾਂ ਹੈ ਨਹੀਂ, ਤੇ ਆਪ ਜੀ ਮਾਇਆ ਦੀ ਬਖਸ਼ਿਸ਼ ਕਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਰਦਾਨੇ ਭੈਣ ਨਾਨਕੀ ਦੇ ਘਰ ਚਲਿਆ ਜਾ, ਜਿੰਨੇ ਧਨ ਦੀ ਲੋੜ ਆ ਨਾ ਭੈਣ ਨਾਨਕੀ ਤੋਂ ਲੈ ਆ, ਤੇ ਜਾ ਰਬਾਬ ਖਰੀਦ ਕੇ ਲੈ ਕੇ ਆ। ਭਾਈ ਮਰਦਾਨਾ ਜੀ ਘਰ ਪਹੁੰਚੇ, ਭੈਣ ਨਾਨਕੀ ਨੂੰ ਸਾਰੀ ਗੱਲਬਾਤ ਦੱਸੀ ਕਿ ਭੈਣ ਜੀ
ਸਤਿਗੁਰੂ ਜੀ ਨੇ ਮੈਨੂੰ ਬਚਨ ਕੀਤੇ ਹੈ ਕਿ ਤੂੰ ਹਮੇਸ਼ਾ ਸਾਡੇ ਨਾਲ ਰਹਿਣਾ ਹੈ। ਭੈਣ ਨਾਨਕੀ ਜੀ ਸੁਣ ਕੇ ਬੜੇ ਪ੍ਰਸੰਨ ਹੋ ਗਏ। ਕਹਿਣ ਲੱਗੇ, ਭਾਈ ਮਰਦਾਨਾ ਜੀ, ਇਹ ਤਾਂ ਬਹੁਤ ਚੰਗੀ ਗੱਲ ਹੈ, ਮੇਰੇ ਮਨ ਨੂੰ ਸੁੱਖ ਦੇਣ ਵਾਲੀ ਗੱਲ ਹੈ। ਮੇਰੇ ਮਨ ਵਿੱਚ ਹਮੇਸ਼ਾ ਮੇਰੇ ਵੀਰ ਦਾ ਫਿਕਰ ਰਹਿੰਦਾ ਵੀ ਇਕੱਲੇ ਜੰਗਲਾਂ ਬਿਆਬਾਨਾਂ ਦੇ ਵਿੱਚ ਬੈਠੇ ਰਹਿੰਦੇ ਆ, ਜੇ ਤੂੰ ਉਹਨਾਂ ਦੇ ਨਾਲ ਹੋਵੇਂਗਾ ਮੇਰਾ ਫਿਕਰ ਖਤਮ ਹੋ ਜਾਏਗਾ। ਤੇ ਉਸ ਵੇਲੇ ਆਪਣੇ ਆਉਣ ਦਾ ਕਾਰਨ ਦੱਸਿਆ, ਭੈਣ ਜੀ ਸਤਿਗੁਰੂ ਸਾਹਿਬ ਜੀ ਨੇ ਤੁਹਾਡੇ ਕੋਲ ਮਾਇਆ ਲੈਣ ਵਾਸਤੇ, ਰੁਪਈਏ ਲੈਣ ਵਾਸਤੇ ਮੈਨੂੰ ਭੇਜਿਆ, ਰਵਾਬ ਖਰੀਦ ਕੇ ਲਿਆਉਣੀ ਹੈ। ਭੈਣ ਨਾਨਕੀ ਕਹਿਣ ਲੱਗੀ, ਮਰਦਾਨੇ ਮਾਇਆ ਲੈ ਜਾਈ, ਪਰ ਮੇਰਾ ਇੱਕ ਸੁਨੇਹਾ ਪਹਿਲਾਂ ਮੇਰੇ ਵੀਰ ਨੂੰ ਦੇ ਦੇ ਜਾ ਕੇ ਕਿ ਆਪਣੇ ਸੋਹਣੇ ਮੁਖੜੇ ਦਾ ਦੀਦਾਰ ਇੱਕ ਵਾਰੀ ਮੈਨੂੰ ਜ਼ਰੂਰ ਕਰਾ ਜਾਣ ਆ ਕੇ। ਤੇ ਇੱਕ ਰਵਾਬ ਦੀ ਕੀ ਗੱਲ ਕਰਦਾ ਹੈ, 100 ਰਵਾਬਾਂ ਵੀ ਖਰੀਦ ਕੇ ਮੈਂ ਆਪਣੇ ਸੋਹਣੇ ਵੀਰ ਦੇ ਚਰਨਾਂ ਤੋਂ ਵਾਰ ਦਿਆਂ। ਉਸ ਵੇਲੇ ਉਹਨੀ ਪੈਰੀ ਭਾਈ ਮਰਦਾਨਾ ਜੀ ਮੁੜੇ ਸਤਿਗੁਰੂ ਸਾਹਿਬ ਜੀ ਨੂੰ ਸੁਨੇਹਾ ਦਿੱਤਾ। ਹੁਣ ਸਤਿਗੁਰੂ ਸਾਹਿਬ ਜੀ ਭੈਣ ਦੇ ਪਿਆਰ ਦੇ ਖਿੱਚੇ ਹੋਏ ਭੈਣ ਨਾਨਕੀ ਦੇ ਘਰ ਸੁਲਤਾਨਪੁਰ ਨਗਰ ਵੱਲ ਨੂੰ ਆ ਰਹੇ ਹੈ। ਭਾਈ ਮਰਦਾਨਾ ਜੀ ਪਿੱਛੇ ਪਿੱਛੇ ਆ ਰਹੇ ਹਨ। ਜਿਵੇਂ ਅੱਗੇ ਕਥਾ ਸਤਿਗੁਰੂ ਸਾਹਿਬ ਜੀ ਦੇ ਸੁੰਦਰ ਜੀਵਨ ਇਤਿਹਾਸ ਦੀ ਆ ਰਹੀ ਹੈ, ਆਓ ਬੜੇ ਪਿਆਰ ਨਾਲ ਸੁਣੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋਈਆ ਚੰਦ ਚਰਨ ਕਮਲ ਕਲਮਲ ਨਿਵਾਰਨ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਕਮਲਾਂ ਵਰਗੇ ਚਰਨ ਹਨ, ਉਹ ਹਰ ਪ੍ਰਕਾਰ ਦੇ ਪਾਪਾਂ ਨੂੰ ਨਿਵਾਰਨ ਵਾਲੇ, ਦੂਰ ਕਰਨ ਵਾਲੇ ਹਨ। ਸਤਿਗੁਰੂ ਜੀ ਦੇ ਉਹਨਾਂ ਚਰਨਾਂ ਦਾ ਧਿਆਨ ਮੈਂ ਹਿਰਦੇ ਵਿੱਚ ਧਰ ਕੇ ਸ੍ਰੀ ਨਾਨਕ ਇਤਿਹਾਸ ਬਖਾਨੋ। ਮੈਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ ਕਹਿਣ ਲੱਗਾ ਹਾਂ। ਜਿਨ੍ਹਾਂ ਸਤਿਗੁਰੂ ਜੀ ਦੇ ਚਰਨਾਂ ਦਾ ਇਹ ਪ੍ਰਣ ਹੈ ਕਿ ਆਪਣੇ ਸੇਵਕਾਂ ਦਾ ਹਮੇਸ਼ਾ ਦੁੱਖ ਨਾਸ਼ ਕਰਦੇ ਹਨ, ਜਾਂ ਜਿਸ ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਣ ਹੈ ਕਿ ਉਹ ਆਪਣੇ ਸੇਵਕਾਂ ਦਾ ਦੁੱਖ ਨਾਸ਼ ਕਰਦੇ ਹਨ, ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਸਤਿਗੁਰੂ ਸਾਹਿਬ ਜੀ ਦਾ ਸੋਹਣਾ ਇਤਿਹਾਸ ਸੁਣਾਉਣ ਲੱਗਾ ਹਾਂ। ਸ੍ਰੀ ਬਾਲਾ ਸੰਧੂ ਗੋਤ ਦੇ ਭਾਈ ਬਾਲਾ ਸਿੱਖ ਸਤਿਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤਥਾ ਸਿੱਖ ਸੰਗਤਾਂ ਨੂੰ ਖਡੂਰ ਸਾਹਿਬ ਵਿਖੇ ਸਤਿਗੁਰੂ ਜੀ ਦਾ ਇਤਿਹਾਸ ਸੁਣਾ ਰਹੇ ਹਨ। ਸੁੱਖਾਂ ਦੀ ਰਾਸ, ਸੁੱਖਾਂ ਦੇ ਖਜ਼ਾਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਭੈਣ ਦੇ ਘਰ ਦੇ ਵਿੱਚ ਵਿਖੇ ਸੁਲਤਾਨਪੁਰ ਚਲੇ ਗਏ। ਔਰ ਵੱਡੀ ਭੈਣ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੜੇ ਹਿੱਤ ਦੇ ਨਾਲ, ਪ੍ਰੇਮ ਦੇ ਨਾਲ ਮਿਲੀ ਹੈ। ਬਹੁਤ ਆਦਰ ਸਤਿਕਾਰ ਦੇ ਸਹਿਤ ਪਲੰਘਾ ਢਾਹ ਕੇ ਭੈਣ ਨਾਨਕੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਸਣ ਤੇ ਬਿਠਾਇਆ। ਤੇ ਭੈਣ ਨਾਨਕੀ ਅਮਿਤ ਮਿਹਨਤੀ ਤੋਂ ਰਹਿਤ ਹੀ ਖੁਸ਼ੀ ਦੇ ਸਹਿਤ ਹੋਈ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੁਖਾਰਬਿੰਦ ਤੋਂ ਮਿੱਠੇ ਬਚਨ ਬੋਲੇ ਹਨ। ਕਹਿਣ ਲੱਗੇ, ਭੈਣ ਜੀ ਆਪ ਜੀ ਨੇ ਮੈਨੂੰ ਚੇਤੇ ਕੀਤਾ, ਯਾਦ ਕੀਤਾ, ਆਪਣੇ ਮਨ ਦਾ ਫੁਰਨਾ ਦੱਸੀਏ, ਕਿਉਂਕਿ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ। ਤੁਸੀਂ ਮੇਰੇ ਤੋਂ ਵੱਡੇ ਭੈਣ ਹੋ, ਸਤਿਕਾਰਯੋਗ ਹੋ। ਮੈਂ ਸਦਾ ਤੁਹਾਡੀ ਆਗਿਆ ਦਾ ਅਨੁਸਾਰੀ ਹਾਂ ਤੇ ਤੁਹਾਡਾ ਹਿਰਦਾ ਜਿਹੜਾ ਇਹ ਬੜਾ ਪਵਿੱਤਰ ਹੈ। ਤੁਸੀਂ ਰੱਬ ਨੂੰ ਮੰਨਣ ਵਾਲੇ ਹੋ ਤੇ ਆਪਣੇ ਮਨ ਦੇ ਵਿੱਚ ਕਹਿੰਦੇ ਇਹ ਵਿਚਾਰ ਕਰ ਲਓ, ਤੁਹਾਡਾ ਹਿਰਦਾ ਬੜਾ ਸ਼ੁੱਧ ਹੈ। ਭੈਣ ਨਾਨਕੀ ਜੀ ਕਹਿਣ ਲੱਗੇ, ਵੀਰ ਜੀ ਸੁਣੋ, ਮੈਂ ਤੁਹਾਨੂੰ ਆਪਣਾ ਭਰਾ ਨਹੀਂ ਮੰਨਦੀ, ਸਿਰਫ ਤੁਸੀਂ ਪਰਮੇਸ਼ਰ ਦਾ ਰੂਪ ਹੋ। ਔਰ ਜਿਸ ਮਾਇਆ ਦੇ ਕਾਰਨ ਇਹ ਸੰਸਾਰ ਦੀ ਰਚਨਾ ਹੋਈ ਹੈ, ਉਹ ਮਾਇਆ ਨੇ ਤੁਹਾਡੀ ਸੱਤਿਆ ਲੈ ਕੇ, ਤੁਹਾਡੀ ਸ਼ਕਤੀ ਲੈ ਕੇ ਇਹ ਸੰਸਾਰ ਦੀ ਸਿਰਜਣਾ ਕੀਤੀ ਹੈ। ਜਿੰਨੇ ਵੀ ਕਰੋੜਾਂ ਬ੍ਰਹਿਮੰਡ ਹੈ, ਉਹ ਮਾਇਆ ਨੇ ਤੁਹਾਡੀ ਸ਼ਕਤੀ ਲੈ ਕੇ, ਤੁਹਾਡਾ ਆਸਰਾ ਪਾ ਕੇ ਹੀ ਸਾਜੇ ਹਨ। ਤੇ ਆਪ ਜੀ ਨੇ ਮਨੁੱਖਾਂ ਦਾ ਉਧਾਰ ਕਰਨ ਵਾਸਤੇ ਪਰਮੇਸ਼ਰ ਰੂਪ ਹੁੰਦਿਆਂ ਗੁਰੂ ਨਾਨਕ ਸਰੂਪ ਧਾਰਨ ਕੀਤਾ ਹੈ।
ਜਗਮਾਰੀ ਤੇ ਇਸ ਪ੍ਰਕਾਰ ਸੰਸਾਰ ਦੇ ਵਿੱਚ ਨਾਨਕ ਨਾਮ ਨਾਲ ਵਿਚਰ ਰਹੇ ਹੋ। ਨਿਜ ਦਰਸ਼ਨ ਦੇਵਤ ਮੋਇ ਰਹੀਏ ਮੇਰੇ ਮਨ ਦੀ ਭਾਵਨਾ ਇਹ ਹੈ ਕਿ ਆਪ ਜੀ ਆਪਣੇ ਦਰਸ਼ਨ ਮੈਨੂੰ ਦਿੰਦੇ ਰਹੋ। ਅਵਰ ਲਾਲਸਾ ਨਾਹੀ ਹੋਰ ਮੇਰੇ ਮਨ ਵਿੱਚ ਕਿਸੇ ਪ੍ਰਕਾਰ ਦੀ ਲਾਲਸਾ ਇੱਛਾ ਨਹੀਂ ਹੈ। ਆਏ ਵਸਤੂ ਕੀ ਤਾਏ ਹੋਵੇ ਆਪ ਜੀ ਨੂੰ ਕਿਸੇ ਵਸਤੂ ਦੀ ਜੇ ਇੱਛਾ ਹੋਵੇ ਚਾਹਨਾ ਹੋਵੇ ਜਿਉ ਮੰਗਾਏ ਸੰਗਾ ਤੇ ਵੀਰ ਜੀ ਆਪ ਜੀ ਬਾਹਰ ਜੰਗਲ ਬਿਆਬਾਨਾਂ ਵਿੱਚ ਬੈਠੇ ਰਹਿੰਦੇ ਹੋ, ਕਿਸੇ ਵਸਤੂ ਦੀ ਲੋੜ ਹੋਵੇ ਨਿਸ਼ੰਗ ਜਦੋਂ ਮਰਜੀ ਮੰਗਾ ਸਕਦੇ ਹੋ ਘਰ ਤੋਂ। ਸ਼ਿਵ ਸਿਰ ਸਰਵਰ ਔਰ ਕਰਨਾ ਕਰ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਜਿਹੜਾ ਹਿਰਦਾ ਨਾ ਇਹ ਸ਼ਿਵ ਜੀ ਦੇ ਸਿਰ ਵਰਗਾ ਹੈ, ਸ਼ਿਵ ਜੀ ਦੀਆਂ ਜਟਾਵਾਂ ਵਰਗਾ ਹੈ। ਆਪ ਕੀਰਤ ਵੈ ਗੰਗਾ ਤੇ ਆਪ ਜੀ ਦੀ ਜਿਹੜੀ ਕੀਰਤੀ ਹੈ ਮਹਿਮਾ ਹੈ, ਆਪ ਜੀ ਐਸੀ ਕਿਰਪਾ ਕਰੋ ਮੇਰੇ ਤੇ ਤੁਹਾਡੀ ਜਿਹੜੀ ਮਹਿਮਾ ਹੈ ਉਹ ਗੰਗਾ ਬਣ ਜਾਵੇ। ਭਾਵ ਜਿਵੇਂ ਸ਼ਿਵ ਜੀ ਭਗਵਾਨ ਹਨ, ਉਹਨਾਂ ਦੀਆਂ ਜਟਾਵਾਂ ਦੇ ਵਿੱਚ ਗੰਗਾ ਦੀਆਂ ਤਿੰਨ ਮੁੱਖ ਧਾਰਾਂ ਵਹਿੰਦੀਆਂ। ਇੱਕ ਤਾਂ ਜਿਹਨੂੰ ਛੜਿਆਂ ਦਾ ਰਾਹ ਕਹਿੰਦੇ ਆ, ਆਕਾਸ਼ ਲੋਕ ਦੇ ਵੱਲ ਜਾਂਦੀ ਆ, ਤੇ ਇੱਕ ਪਾਤਾਲ ਲੋਕ ਦੇ ਵਿੱਚ, ਤੇ ਇੱਕ ਪ੍ਰਤੱਖ ਤੌਰ ਦੇ ਉੱਤੇ ਧਾਰਾ ਜਿਹੜੀ ਗੰਗਾ ਇਸ ਧਰਤੀ ਦੇ ਉੱਤੇ ਭਾਰਤ ਵਰਸ਼ ਦੀ ਧਰਤੀ ਦੇ ਉੱਤੇ ਵਹਿ ਰਹੀ ਆ, ਵਗ ਰਹੀ ਆ। ਸੋ ਇਹ ਤਿੰਨ ਪ੍ਰਕਾਰ ਦੀਆਂ ਧਾਰਾਵਾਂ ਗੰਗਾ ਦੀਆਂ ਭਗਵਾਨ ਸ਼ਿਵ ਜੀ ਦੀਆਂ ਜਟਾਵਾਂ ਦੇ ਵਿੱਚੋਂ ਨਿਕਲਦੀਆਂ। ਇਹ ਐਸਾ ਧਰਮ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ। ਔਰ ਕਈ ਤਾਂ ਬੜੇ ਤਰਕ ਕੁਤਰਕ ਕਰਦੇ ਆ, ਪਰ ਇਹ ਤਰਕਾਂ ਕੁਤਰਕਾਂ ਦੀ ਬਾਤ ਨਹੀਂ, ਸ਼ਰਧਾ ਭਾਵਨਾ ਦੀ ਜਾਂ ਧਰਮ ਦੇ ਅਨੁਯਾਈਆਂ ਦੇ ਮੰਨਣ ਦੀ ਗੱਲ ਹੈ। ਔਰ ਕਵੀ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਉਹ ਸੋਹਣਾ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਵੇਂ ਭਗਵਾਨ ਸ਼ਿਵ ਜੀ ਦਾ ਸਿਰ ਹੈ, ਸਿਰ ਦੀਆਂ ਜਟਾਵਾਂ ਹਨ, ਉਸ ਪ੍ਰਕਾਰ ਸਤਿਗੁਰੂ ਜੀ ਮੇਰਾ ਹਿਰਦਾ ਬਣਾ ਦਿਓ ਤੇ ਆਪ ਜੀ ਕਿਰਪਾ ਕਰੋ। ਜਿਵੇਂ ਸ਼ਿਵ ਭਗਵਾਨ ਦੀਆਂ ਜਟਾਵਾਂ ਵਿੱਚੋਂ ਗੰਗਾ ਵਹਿੰਦੀ ਹੈ, ਇਸੇ ਤਰ੍ਹਾਂ ਮੇਰੇ ਮਨ ਦੇ ਵਿੱਚ ਆਪ ਜੀ ਦੀ ਭਗਤੀ ਰੂਪੀ ਗੰਗਾ ਵਗਾ ਦਿਓ। ਸਤਿਗੁਰੂ ਜੀ ਨੇ ਸੁੰਦਰ ਮੁਖੜੇ ਤੋਂ ਬਚਨ ਕੀਤਾ ਕਿ ਇਹ ਸੁਣੋ ਭੈਣ ਜੀ, ਜਦੋਂ ਵੀ ਤੁਸੀਂ ਦਿਲ ਕਰਕੇ ਹਿਰਦੇ ਕਰਕੇ ਮੈਨੂੰ ਯਾਦ ਕਰੋਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਭਾਵੇਂ ਦੂਰ ਹੋਵਾਂ ਭਾਵੇਂ ਨੇੜੇ ਹੋਵਾਂ, ਚਾਹੇ ਕਿਸੇ ਕੰਮਕਾਰ ਵਿੱਚ ਹੋਵਾਂ ਚਾਹੇ ਵਿਹਲਾ ਹੋਵਾਂ, ਉਸੇ ਪਲ ਹੀ ਮੈਂ ਤੁਹਾਡੇ ਸਨਮੁਖ ਆ ਕੇ ਹਾਜ਼ਰ ਹੋ ਜਾਵਾਂਗਾ ਜਦੋਂ ਵੀ ਤੁਸੀਂ ਚੇਤੇ ਕਰੋ। ਕਿਉਂਕਿ ਸਤਿਗੁਰੂ ਵਿੱਚ ਸਮਰੱਥਾ ਹੈ, ਏਕ ਹੈ ਅਨੇਕ ਹੈ ਫਿਰ ਏਕ ਹੈ। ਸਤਿਗੁਰੂ ਜੀ ਅਨਕ ਰੂਪ ਖਿਨਮਾਹੇ ਕੁਦਰਤ ਧਾਰਦਾ, ਅਨੇਕਾਂ ਰੂਪ ਵੀ ਸਤਿਗੁਰੂ ਜੀ ਧਾਰਨ ਕਰ ਸਕਦੇ ਆ ਔਰ ਇੱਕੋ ਸਰੂਪ ਦੇ ਵਿੱਚ ਵੀ। ਸਤਿਗੁਰੂ ਸੱਚੇ ਪਾਤਸ਼ਾਹ ਵਿੱਚ ਇਹ ਸਮਰੱਥਾ ਹੈ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹਨ। ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਇਹ ਸ਼ਕਤੀ ਆ ਵੀ ਉਹ ਜਦੋਂ ਮਰਜੀ ਜਿੱਥੇ ਮਰਜੀ ਪ੍ਰਗਟ ਹੋ ਸਕਦੇ ਆ, ਕਿਉਂਕਿ ਕੋਈ ਵੀ ਐਸੀ ਜਗ੍ਹਾ ਨਹੀਂ ਜਿਹੜੀ ਪ੍ਰਮਾਤਮਾ ਤੋਂ ਬਿਨਾਂ ਹੋਵੇ, ਉਹ ਤਾਂ ਹਰ ਜਗ੍ਹਾ ਵਿਆਪਕ ਹੈ। ਤੇ ਜਦੋਂ ਵੀ ਭੈਣ ਨਾਨਕੀ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਸਨ, ਸਤਿਗੁਰੂ ਜੀ ਉਸੇ ਛੇਨੀ ਭੈਣ ਨਾਨਕੀ ਜੀ ਦੇ ਸਾਹਮਣੇ ਆ ਕੇ ਪ੍ਰਗਟ ਹੋ ਜਾਂਦੇ ਸਨ। ਕੋਈ ਦੂਰ ਜਾਣ ਦਾ ਫਰਕ ਨਹੀਂ ਸੀ ਪੈਂਦਾ ਕਿੰਨੀ ਦੂਰ ਫਿਰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਾ ਇੱਕ ਸਰੂਪ ਉੱਥੇ ਹੀ ਪ੍ਰਗਟ ਕਰ ਦਿੰਦੇ ਸਨ ਭੈਣ ਨਾਨਕੀ ਦੇ ਸਾਹਮਣੇ, ਕਿਉਂਕਿ ਗੁਰੂ ਵਿੱਚ ਇਹ ਸਮਰੱਥਾ ਹੈ। ਅਨੇਕਾਂ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਧਾਰਨ ਕਰ ਸਕਦੇ ਆ। ਜਦੋਂ ਸਿੱਧਾਂ ਜੋਗੀਆਂ ਦੇ ਨਾਲ, ਗੋਰਖਨਾਥ ਵਰਗੇ ਸਿੱਧਾਂ ਦੇ ਨਾਲ ਵਿਚਾਰ ਚਰਚਾ ਗੋਸ਼ਟੀ ਹੋਈ ਨਾ, ਬਹੁਤ ਸਾਰੀਆਂ ਵਿਚਾਰਾਂ ਤੋਂ ਬਾਅਦ ਸਿੱਧ ਕਹਿਣ ਲੱਗੇ, ਕਹਿੰਦੇ ਮਹਾਰਾਜ ਅਸੀਂ ਆਪਣੀਆਂ ਸ਼ਕਤੀਆਂ ਦੇ ਨਾਲ ਲੁਕਾਂਗੇ, ਛੁਪ ਜਾਵਾਂਗੇ ਤੇ ਆਪ ਜੀ ਸਾਨੂੰ ਲੱਭ ਕੇ ਦਿਖਾਓ। ਪਰਖਣਾ ਚਾਹੁੰਦੇ ਸੀ ਵੀ ਇਹ ਕਿੰਨੀਆਂ ਸ਼ਕਤੀਆਂ ਦੇ ਮਾਲਕ ਹੈ। ਛੋਟੀ ਉਮਰ ਦੇ ਜਾਣ ਕੇ ਉਹਨਾਂ ਨੂੰ ਲੱਗਦਾ ਸੀ ਅਸੀਂ ਬੜੀਆਂ ਲੰਮੀਆਂ ਉਮਰਾਂ ਵਾਲੇ ਸਿੱਧ ਜਤੀ ਜੋਗੀ ਹੈ, ਇੰਨਾ ਲੰਮਾ ਸਮਾਂ ਅਸੀਂ ਤਪੱਸਿਆ ਕੀਤੀ ਹੈ, ਇਹਨਾਂ ਵਿੱਚ ਐਸੀ ਸ਼ਕਤੀ ਨਹੀਂ ਹੋਵੇਗੀ, ਇਹ ਹਾਰ ਮੰਨ ਜਾਣਗੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਿੱਧੋ ਬਈ ਤੁਸੀਂ ਲੁੱਕ ਕੇ ਜਾਣਾ ਕਿੱਥੇ, ਅਸੀਂ ਲੱਭ ਲਾਂਗੇ ਤੁਹਾਨੂੰ। ਕਹਿੰਦੇ ਜੀ ਲੱਭ ਲਓ ਫਿਰ। ਦੇਖਦਿਆਂ ਦੇਖਦਿਆਂ ਸਿੱਧਾਂ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਬਲ ਦੇ ਨਾਲ ਆਪਣੇ ਸਰੀਰ ਅਲੋਪ ਕਰ ਲਏ। ਕੋਈ ਪਹਾੜਾਂ ਵੱਲ ਚਲਿਆ ਗਿਆ, ਕੋਈ ਸਮੁੰਦਰ ਦੇ ਵਿੱਚ ਚਲਿਆ ਗਿਆ, ਕੋਈ ਪਾਤਾਲ ਦੇ ਵਿੱਚ, ਕੋਈ ਆਕਾਸ਼ ਦੇ ਵਿੱਚ ਉੱਡ ਗਿਆ। ਇਉਂ ਜਦੋਂ ਸਾਰੇ ਸਿੱਧ ਉਡਾਰੀਆਂ ਮਾਰ ਗਏ ਨਾ, ਤੋ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਏਕਤਾ ਦੇ ਵਿੱਚ ਅਨੇਕਤਾ ਵਰਤਾ ਦਿੱਤੀ, ਅਨੇਕਾਂ ਸਰੂਪ ਧਾਰਨ ਕਰ ਲਏ।
ਜਿੱਧਰ ਨੂੰ ਇਹ ਜਿੰਨੇ ਸਿੱਧ ਗਏ ਸੀ, ਹਰੇਕ ਸਿੱਧ ਦੇ ਪਿੱਛੇ ਇੱਕ ਇੱਕ ਸਤਿਗੁਰੂ ਨਾਨਕ ਦੇਵ ਜੀ ਤੁਰੇ ਆਉਂਦੇ ਨਜ਼ਰ ਆਉਣ ਉਹਨਾਂ ਨੂੰ। ਜਿਹੜਾ ਸਮੁੰਦਰ 'ਚ ਗਿਆ ਉਹਨੂੰ ਲੱਗਦਾ ਮੇਰੇ ਪਿੱਛੇ ਆ ਰਹੇ ਆ, ਜਿਹੜਾ ਆਕਾਸ਼ ਵਿੱਚ ਉਡਾਰੀਆਂ ਲਾ ਰਿਹਾ ਉਹਨੂੰ ਲੱਗਦਾ ਮੇਰੇ ਪਿੱਛੇ ਆ ਰਹੇ ਨੇ, ਜਿਹੜਾ ਪਾਤਾਲ ਵਿੱਚ ਹੈ, ਧਰਤੀ ਦੇ ਵਿੱਚ ਧੱਸ ਗਿਆ, ਉਹਨੂੰ ਲੱਗਦਾ ਮੈਨੂੰ ਫੜਨ ਦੇ ਲਈ ਪਿੱਛੇ ਆ ਰਹੇ ਆ। ਇਉਂ ਸਤਿਗੁਰ ਸੱਚੇ ਪਾਤਸ਼ਾਹ ਨੇ ਅਨੇਕਾਂ ਸਰੂਪ ਧਾਰਨ ਕਰਕੇ ਕੱਲੇ ਕੱਲੇ ਸਿੱਧ ਨੂੰ, ਕਿਸੇ ਨੂੰ ਕੰਨੋਂ ਫੜਿਆ, ਕਿਸੇ ਨੂੰ ਧੌਣੋਂ ਫੜਿਆ, ਲਿਆ ਕੇ ਇਕੱਠੇ ਕਰਦੇ। ਬੜੇ ਹੈਰਾਨ ਹੋਏ ਸਾਰੇ। ਫਿਰ ਕਹਿੰਦੇ ਮਹਾਰਾਜ ਹੁਣ ਤੁਸੀਂ ਛੁਪੋ, ਅਸੀਂ ਤੁਹਾਨੂੰ ਲੱਭਾਂਗੇ। ਸਤਿਗੁਰੂ ਪਾਤਸ਼ਾਹ ਕਹਿੰਦੇ ਸਿੱਧੋ ਤੁਹਾਡੇ ਵੱਸ ਦੀ ਗੱਲ ਨਹੀਂ, ਗੋਰਖਨਾਥ ਜੀ ਤੁਹਾਡੇ ਵੱਸ ਦੀ ਗੱਲ ਨਹੀਂ ਹੈ, ਤੁਸੀਂ ਸਾਨੂੰ ਨਹੀਂ ਲੱਭ ਸਕੋਗੇ। ਕਹਿੰਦੇ ਮਹਾਰਾਜ ਸਾਡੀ ਬੜੀ ਪਹੁੰਚ ਹੈ, ਬੜੀਆਂ ਰਿੱਧੀਆਂ ਸਿੱਧੀਆਂ, ਅਸੀਂ ਤੁਹਾਨੂੰ ਕਿਉਂ ਨਹੀਂ ਲੱਭ ਸਕਾਂਗੇ। ਕਹਿੰਦੇ ਦੇਖ ਲਓ, ਵਿਚਾਰ ਲਓ, ਪਰ ਕਹਿੰਦੇ ਅਸੀਂ ਉਪਾਅ ਤੁਹਾਨੂੰ ਪਹਿਲਾਂ ਦੱਸ ਜਾਂਦੇ ਹਾਂ, ਤੁਹਾਡੇ ਤੋਂ ਸਾਨੂੰ ਲੱਭ ਨਹੀਂ ਹੋਣਾ। ਜੇ ਅਸੀਂ ਤੁਹਾਨੂੰ ਨਾ ਲੱਭੇ ਫਿਰ ਸਾਨੂੰ ਪ੍ਰਗਟ ਕਰਨ ਦਾ ਤਰੀਕਾ ਅਸੀਂ ਦੱਸ ਜਾਂਦੇ ਹਾਂ। ਆਹ ਭਾਈ ਮਰਦਾਨਾ ਬੈਠਾ, ਆਹ ਭਾਈ ਬਾਲਾ ਜੀ ਬੈਠੇ ਆ, ਤੁਸੀਂ ਇਹਨਾਂ ਨੂੰ ਬੇਨਤੀ ਕਰ ਲਿਓ, ਇਹ ਅਰਦਾਸ ਕਰਨਗੇ, ਫਿਰ ਅਸੀਂ ਪ੍ਰਗਟ ਹੋ ਜਾਵਾਂਗੇ। ਕਹਿੰਦੇ ਠੀਕ ਆ ਮਹਾਰਾਜ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਦੇਖਦਿਆਂ ਦੇਖਦਿਆਂ ਹੀ ਅਲੋਪ ਹੋ ਗਏ। ਸਤਿਗੁਰੂ ਨੇ ਕੀ ਕੀਤਾ, ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸਜਾਨ, ਪੰਜਾਂ ਤੱਤਾਂ ਦਾ ਸਰੀਰ ਬਣਿਆ ਨਾ। ਪੰਜਾਂ ਤੱਤਾਂ ਦੇ ਵਿੱਚ ਸਰੀਰ ਦੇ ਪੰਜੇ ਤੱਤ ਮਿਲਾਤੇ, ਅਗਨੀ ਦੇ ਵਿੱਚ ਅਗਨੀ, ਜਲ ਦੇ ਵਿੱਚ ਜਲ, ਆਕਾਸ਼ ਵਿੱਚ ਆਕਾਸ਼, ਧਰਤੀ ਵਿੱਚ ਧਰਤੀ, ਹਵਾ ਵਿੱਚ ਪਵਨ ਦਾ ਤੱਤ ਮਿਲਾ ਦਿੱਤਾ। ਇਹ ਸਿੱਧ ਬੜਾ ਜ਼ੋਰ ਲਾ ਥੱਕੇ, ਧਰਤੀ 'ਤੇ, ਆਕਾਸ਼ ਵਿੱਚ, ਪਾਤਾਲ ਵਿੱਚ, ਪਹਾੜਾਂ 'ਤੇ, ਕਿੱਥੇ ਕਿੱਥੇ ਨਹੀਂ ਇਹਨਾਂ ਨੇ ਲੱਭਿਆ। ਥੱਕ ਹਾਰ ਕੇ ਆ ਗਏ, ਆ ਕੇ ਬੇਨਤੀ ਕੀਤੀ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਸਤਿਗੁਰੂ ਜੀ ਸਾਨੂੰ ਨਹੀਂ ਲੱਭੇ, ਕਿਰਪਾ ਕਰੋ ਤੁਸੀਂ ਹੁਣ ਉਹਨਾਂ ਨੂੰ ਪ੍ਰਗਟ ਕਰੋ। ਤੋ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨੇ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਅਰਦਾਸ ਬੇਨਤੀ ਕੀਤੀ, ਮਹਾਰਾਜ ਆਪ ਜੀ ਦਰਸ਼ਨ ਦਿਓ। ਜਦੋਂ ਹੇਠਾਂ ਧਰਤੀ 'ਤੇ ਮੱਥਾ ਟੇਕਿਆ, ਉਤਾਂਹ ਨੂੰ ਸੀਸ ਚੱਕਿਆ, ਦੇਖਦੇ ਆ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਹਮਣੇ ਖੜੇ ਮੁਸਕਰਾ ਰਹੇ। ਇਉਂ ਸਤਿਗੁਰੂ ਦੇ ਵਿੱਚ ਸਮਰੱਥਾ ਹੈ, ਉਹ ਰੂਪ ਨੂੰ ਧਾਰਨ ਕਰ ਸਕਦੇ ਆ, ਰੂਪ ਨੂੰ ਛੁਪਾ ਸਕਦੇ ਆ, ਇੱਕ ਤੋਂ ਅਨੇਕ ਹੋ ਸਕਦੇ ਆ, ਅਨੇਕ ਤੋਂ ਫਿਰ ਇੱਕ ਹੋ ਸਕਦੇ ਆ। ਜਿਵੇਂ ਆਪਾਂ ਸੋਹਿਲਾ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਸ ਮੂਰਤ ਨਨਾ ਏਕ ਤੋਹੀ, ਤੇਰੇ ਹਜ਼ਾਰਾਂ ਹੀ ਨੇਤਰ ਹੈ, ਤੇ ਜੇ ਦੇਖੀਏ ਤਾਂ ਤੇਰਾ ਇੱਕ ਵੀ ਨੇਤਰ ਨਹੀਂ। ਕਿਉਂਕਿ ਵਾਹਿਗੁਰੂ ਨੂੰ ਆਪਾਂ ਗਿਣਦੇ ਹਾਂ ਵੀ ਉਹਦਾ ਕੋਈ ਅੰਗ ਪ੍ਰਤੰਗ ਆਪਾਂ ਜਾਣ ਨਹੀਂ ਸਕਦੇ, ਕਿਹੋ ਜਿਹਾ ਰੂਪ ਹੈ, ਕਿਹੋ ਜਿਹਾ ਰੰਗ ਹੈ। ਸੋ ਇਸੇ ਪ੍ਰਕਾਰ ਅਨੇਕਾਂ ਉਹਦੀਆਂ ਮੂਰਤੀਆਂ, ਅਨੇਕਾਂ ਪ੍ਰਕਾਰ ਦੀਆਂ ਮੂਰਤਾਂ, ਸਾਰੇ ਮੂਰਤਾਂ ਦੇ ਵਿੱਚ, ਸਾਰੇ ਲੋਕਾਂ ਦੇ ਵਿੱਚ ਹੀ ਉਹ ਵਸਦਾ। ਅਤੇ ਜੇ ਦੇਖਿਆ ਜਾਵੇ ਤਾਂ ਆਪਾਂ ਕਹਿੰਦੇ ਉਹ ਨਿਰੰਕਾਰ ਹੈ, ਫਿਰ ਉਹਦਾ ਆਕਾਰ ਕਿਵੇਂ ਹੋਇਆ, ਉਹਦੀ ਮੂਰਤ ਕਿਵੇਂ ਹੋਈ। ਸੋ ਇਸ ਪ੍ਰਕਾਰ ਵਾਹਿਗੁਰੂ ਵਿੱਚ ਸਮਰੱਥਾ ਹੈ, ਵਾਹਿਗੁਰੂ ਦੇ ਸਰੂਪ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਵਿੱਚ ਇਹ ਸਮਰੱਥਾ ਹੈ। ਜਦੋਂ ਵੀ ਭੈਣ ਨਾਨਕੀ ਜੀ ਯਾਦ ਕਰਦੇ, ਉਸੇ ਵੇਲੇ ਆ ਕੇ ਪ੍ਰਗਟ ਹੋ ਜਾਂਦੇ ਸਨ। ਉਸ ਵੇਲੇ ਭੈਣ ਨਾਨਕੀ ਜੀ ਸਤਿਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਬੜੀ ਪ੍ਰਸੰਨ ਹੋਈ ਕਿ ਬਚਨ ਇਹਨਾਂ ਨੇ ਮੈਨੂੰ ਕਰ ਦਿੱਤਾ, ਵਾਅਦਾ ਕਰ ਲਿਆ ਕਿ ਜਦੋਂ ਮੈਂ ਯਾਦ ਕਰਾਂਗੀ ਉਸੇ ਵੇਲੇ ਆ ਕੇ ਮੈਨੂੰ ਮਿਲਿਆ ਕਰਨਗੇ, ਪ੍ਰਗਟ ਹੋਣਗੇ। ਤਾਂ ਉਸ ਵੇਲੇ ਭੈਣ ਨਾਨਕੀ ਜੀ ਨੇ ਖੁਸ਼ ਹੋ ਕੇ ਰਸੋਈਏ ਨੂੰ ਬੁਲਾਇਆ, ਬਹੁਤ ਪ੍ਰਕਾਰ ਦੇ ਨਾਲ ਭੋਜਨ ਤਿਆਰ ਕਰਵਾਏ। ਉਸ ਵੇਲੇ ਭਾਈ ਮਰਦਾਨੇ ਜੀ ਨੂੰ ਭੇਜਿਆ। ਭਾਈ ਬਾਲਾ ਜੀ ਕਹਿੰਦੇ ਮੈਨੂੰ ਆਪਣੇ ਕੋਲ ਬੁਲਾ ਲਿਆ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਭੇਜ ਕੇ। ਭਾਈ ਬਾਲਾ ਜੀ ਕਹਿ ਰਹੇ ਆ, ਹੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੁਣੋ, ਮੈਂ ਘਰ ਤੋਂ ਬਾਹਰ ਵਾਰ ਕਿਸੇ ਹੋਰ ਜਗ੍ਹਾ ਤੇ ਭਾਈ ਜੈ ਰਾਮ ਜੀ ਦੇ ਕੋਲ ਬੈਠਾ ਸਾਂ। ਉਸ ਵੇਲੇ ਮੈਂ ਭੈਣ ਨਾਨਕੀ ਦੇ ਘਰ ਚੱਲ ਕੇ ਗਿਆ ਔਰ ਜਾ ਕੇ ਬੇਦੀ ਕੁਲ ਦੇ ਜਿਹੜੇ ਸਰਮੌਰ ਸਤਿਗੁਰੂ ਨਾਨਕ ਦੇਵ ਜੀ ਆ ਉਹਨਾਂ ਦੇ ਦਰਸ਼ਨ ਕੀਤੇ। ਉਸ ਵੇਲੇ ਭੋਜਨ ਛਕਣ ਵਾਸਤੇ ਅਸੀਂ ਤਿੰਨੇ ਹੀ, ਜਿੱਥੇ ਰਸੋਈ ਦੀ ਜਗ੍ਹਾ ਸੀ, ਭੋਜਨ ਛਕਣ ਦੀ ਜਗ੍ਹਾ ਸੀ, ਅਸੀਂ ਚਲੇ ਗਏ। ਭੈਣ ਨਾਨਕੀ ਨੇ ਆਪ ਆਪਣੇ ਹੱਥਾਂ ਦੇ ਨਾਲ ਭੋਜਨ ਪਰੋਸਿਆ ਸਾਨੂੰ।
ਔਰ ਜਿਹੜਾ ਭੋਜਨ ਬੜਾ ਹੀ ਸਵਾਦਲਾ ਸੀ, ਬਹੁਤ ਪ੍ਰਕਾਰ ਦਾ ਰਸਦਾਇਕ ਸੀ। ਮਨ ਭਾਵਨ ਭੋਜਨ ਕਰ ਕਾਮਨਾ। ਅਸੀਂ ਆਪੋ ਆਪਣਾ ਮਨ ਭਾਉਂਦਾ ਜਿੰਨੀ ਜਿਸ ਦੀ ਰੁਚੀ ਸੀ ਭੋਜਨ ਛਕਿਆ। ਉਠ ਬੈਠੇ ਕਰ ਸਦਨਾ। ਭੋਜਨ ਛਕਣ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠ ਬੈਠੇ ਤੇ ਜਾ ਕੇ ਸੋਹਣਾ ਜਿਹੜਾ ਘਰ ਹੈ ਉਹਦੇ ਇੱਕ ਕਮਰੇ ਵਿੱਚ ਜਾ ਬਰਾਜੇ। ਆਨੰਦ ਕੰਦ ਮੁਕੰਦ ਬਿਲੋਕਤਾ। ਸਤਿਗੁਰੂ ਜੀ ਜਿਹੜੇ ਆਨੰਦ ਦੇ ਦਾਤੇ ਆ, ਮੁਕਤੀ ਦੇ ਦਾਤੇ ਆ, ਦੇਖਦੇ ਹਨ ਬਦਨਾ ਕੀ ਬਦਨਾ। ਅਤੇ ਦੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਭੈਣ ਨਾਨਕੀ ਜੀ ਨੂੰ ਕਹਿਣ ਲੱਗੇ ਮਰਦਾਨਾ ਅਬ ਖੋਜੋ ਜਾਈ। ਕਿ ਹੇ ਭਾਈ ਮਰਦਾਨਾ ਜੀ ਹੁਣ ਜਾ ਕੇ ਲੱਭ ਲੈ ਮੇਲ ਲਿਓ ਦੇਹੋ। ਤੇ ਭੈਣ ਨਾਨਕੀ ਦੇ ਕੋਲੋਂ ਮੁੱਲ ਲੈ ਜਾ, ਕੀਮਤ ਲੈ ਜਾ ਰਵਾਬ ਦੀ ਜਿੰਨੀ ਹੈ। ਸੁੰਦਰ ਏ ਨਿਰਭਾਵ ਲਿਆਓ। ਤੇ ਬਹੁਤ ਸੁੰਦਰ ਰਵਾਬ ਦੇਖ ਕੇ ਪਰਖ ਕੇ ਲੈ ਆਓ। ਸਰਬਾ ਮੋਲ ਨ ਦੋ। ਤੇ ਸਰਫਾ ਨਾ ਕਰੀ, ਕੰਜੂਸੀ ਨਾ ਕਰੀ ਪੈਸੇ ਦੇਣ ਲੱਗਿਆ। ਜਿੰਨੇ ਜਿਹਨੇ ਮੰਗ ਲਏ ਉਹਨੇ ਉਹਨੂੰ ਪੈਸੇ ਦੇ ਕੇ ਰਬਾਬ ਖਰੀਦ ਲਿਆ। ਸੁਨ ਮਰਦਾਨੇ ਕਿਉ ਪਿਆਨਾ। ਸਤਿਗੁਰੂ ਜੀ ਦੇ ਬਚਨ ਸੁਣ ਕੇ ਭਾਈ ਮਰਦਾਨੇ ਨੇ ਚਾਲਾ ਮਾਰਿਆ, ਮੇਰ ਬਾਬੇ ਤੂੰ। ਰਬਾਬ ਲੈਣ ਦੇ ਵਾਸਤੇ ਚਲਿਆ ਗਿਆ। ਮੈਂ ਪੁਨਾਦ ਬੰਦ ਕਰ ਬੋਲਿਓ। ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰੂ ਨਾਨਕ ਦੇਵ ਜੀ ਨੂੰ ਹੱਥ ਜੋੜ ਕੇ ਉਸ ਵੇਲੇ ਬੋਲਿਆ, ਸ੍ਰੀ ਬੇਦੀ ਕੋਲ ਕੇ ਤੂੰ। ਇਹ ਬੇਦੀ ਕੁਲ ਦੇ ਤੁਝਾਰੂਪ ਸਤਿਗੁਰੂ। ਤੁਮਨ ਦੇ ਕੋ ਪਾਏ ਅਬੈਮੋ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਆਗਿਆ ਪਾ ਕੇ ਹੁਣ ਮੈਂ ਆਪਣੇ ਘਰ ਜਾਣਾ ਚਾਹੁੰਦਾ ਹਾਂ। ਆਪ ਜੀ ਆਗਿਆ ਦਿਓ, ਕਿਉਂਕਿ ਮੈਨੂੰ ਬਹੁਤ ਦਿਨ ਹੋ ਗਏ ਹਨ ਇੱਥੇ ਤੁਹਾਡੇ ਕੋਲ ਸੁਲਤਾਨਪੁਰ ਆਏ ਨੂੰ। ਮੈਂ ਆਪਣੇ ਘਰ ਜਾਵਾਂ ਤੇ ਘਰ ਦੀ ਖਬਰਸਾਰ ਲਵਾਂ, ਕਿਰਤ ਕਮਾਈ ਦੀ ਕੰਮ ਧੰਦੇ ਦਾ ਕੋਈ ਦੇਖਾਂ ਜਾ ਕੇ। ਉਸ ਵੇਲੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਵਾਲੇ ਤੁਸੀਂ ਕਿਉਂ ਰੰਜ ਵਿੱਚ, ਕਿਉਂ ਗੁੱਸੇ ਵਿੱਚ ਆਏ ਹੋ? ਇਹ ਸਾਡਾ ਸੰਗ ਛੱਡ ਕੇ, ਸਾਥ ਛੱਡ ਕੇ ਚੱਲਣ ਵਾਸਤੇ ਕਹਿ ਰਹੇ ਹੋ। ਭਾਈ ਬਾਲਾ ਜੀ ਕਹਿੰਦੇ ਮੈਂ ਆਖਿਆ ਮਹਾਰਾਜ ਹੇ ਸਤਿਗੁਰੂ ਸੱਚੇ ਪਾਤਸ਼ਾਹ ਪਖੰਡ ਨੂੰ ਖਤਮ ਕਰਨ ਵਾਲੇ, ਮੈਂ ਆਪ ਜੀ ਨਾਲ ਕਿਸੇ ਗੱਲੋਂ ਗੁੱਸੇ ਨਾਰਾਜ਼ ਨਹੀਂ ਹਾਂ। ਸਗੋਂ ਮੈਂ ਤਾਂ ਆਪ ਜੀ ਦੇ ਜਿਹੜਾ ਸ੍ਰੇਸ਼ਟ ਹਿਰਦਾ ਹੈ ਸੋ ਉਹਦੇ ਤੋਂ ਮੈਂ ਵਰਦਾਨ ਚਾਹੁੰਦਾ ਹਾਂ। ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਆਖਿਆ ਭਾਈ ਬਾਲੇ ਜਾਚਨਾ ਕਰ ਲੈ, ਮੰਗ ਲੈ ਜੋ ਤੈਨੂੰ ਚਾਹੀਦਾ ਹੈ। ਕਹਿੰਦੇ ਕੋਈ ਵੀ ਵਸਤੂ ਐਸੀ ਨਹੀਂ ਜਿਹੜੀ ਤੈਨੂੰ ਨਾ ਦੇ ਸਕੀਏ। ਉਸ ਵੇਲੇ ਭਾਈ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਇੱਕ ਵਰਦਾਨ ਤਾਂ ਮੈਨੂੰ ਇਹ ਬਖਸ਼ੋ ਕਿ ਮੇਰੇ ਹਿਰਦੇ ਦੇ ਵਿੱਚੋਂ ਕਦੇ ਪ੍ਰਮਾਤਮਾ ਦਾ ਨਾਮ ਨਾ ਭੁੱਲੇ। ਤੇ ਮਹਾਰਾਜ ਸੱਚੇ ਪਾਤਸ਼ਾਹ ਦੂਜਾ ਸ੍ਰੇਸ਼ਟ ਵਰ ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ੋ। ਮਹਾਰਾਜ ਤੁਹਾਡੇ ਨਾਲ ਜਿਹੜੇ ਚਰਿੱਤਰ ਵਰਤ ਰਹੇ ਆ, ਖੇਡਾਂ ਵਰਤਾ ਰਹੇ ਹੋ ਆਪ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਹਿੰਦੇ ਅੰਮ੍ਰਿਤ ਸਰੋਵਰ ਨੂੰ, ਅੰਮ੍ਰਿਤ ਸਾਗਰ ਨੂੰ ਛੱਡ ਕੇ ਮਿਰਗ ਉਹ ਤ੍ਰਿਸ਼ਨਾ ਦੇ ਵਿੱਚ, ਤੇ ਤ੍ਰਿਸ਼ਨਾ ਹਿਤ ਕਹਿੰਦੇ ਜਿਹੜਾ ਹਿਰਨ ਜਿਹੜਾ ਉਹ ਦੌੜਦਾ ਭੱਜਦਾ, ਇਵੇਂ ਕਹਿੰਦੇ ਜਿਹੜੇ ਮਨੁੱਖ ਹੈ ਉਹ ਅੰਮ੍ਰਿਤ ਦੇ ਸਾਗਰ ਨੂੰ ਛੱਡ ਕੇ ਨਿੰਦਾ ਰੂਪੀ ਤ੍ਰਿਸ਼ਨਾ ਦੇ ਵਾਸਤੇ ਭਜਦੇ ਦੌੜਦੇ ਹਨ। ਤੇ ਮਹਾਰਾਜ ਜਿਹੜੇ ਆਪ ਜੀ ਕੌਤਕ ਵਰਤਾਉਂਦੇ ਹੋ ਨਾ, ਹੈ ਤਾਂ ਸਾਡੀ ਸਮਝੋ ਪਰੇ, ਪਰ ਇਹਨਾਂ ਨੂੰ ਦੇਖ ਕੇ ਸੁਣ ਕੇ ਕਦੇ ਮੈਂ ਭਰਮ ਭੁਲੇਖੇ ਵਿੱਚ ਨਾ ਪਵਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਹਿਰਦਾ ਸਥਿਰ ਰਹੇ, ਮੇਰਾ ਮਨ ਕਦੇ ਡੋਲੇ ਨਾ, ਮੇਰੀ ਮੱਤ ਨਾ ਕਦੇ ਤੁਹਾਡੇ ਤੋਂ ਉਲਟ ਹੋਵੇ, ਐਸੀ ਬਖਸ਼ਿਸ਼ ਕਰ ਦਈਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਜਿਹੜੇ ਚਰਨ ਹਨ ਨਾ ਇਹ ਸਰੋਵਰ ਦੇ ਕਮਲਾਂ ਵਾਂਗ ਹਨ। ਤੇ ਮੇਰੇ ਮਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਭੌਰੇ ਵੱਤ ਕਰ ਦਿਓ, ਜਿਵੇਂ ਭੌਰਾ ਫੁੱਲਾਂ ਦੇ ਉੱਤੇ ਜਾ ਕੇ ਖੁਸ਼ੀ ਮਾਣਦਾ, ਮੈਂ ਤੁਹਾਡੇ ਚਰਨਾਂ ਵਿੱਚ ਖੁਸ਼ੀਆਂ ਮਨਾਵਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਣ ਕੇ
ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਤੇ ਬਚਨਾਂ ਦੀ ਰਚਨਾ ਕੀਤੀ। ਕਿਤਨੇ ਚਾਤ ਤੇਰਾ ਭਾਈ ਬਾਲਾ ਜੀ ਦੇ ਮਨ ਦਾ ਨਿਸ਼ਚਾ ਅਡੋਲ ਦੇਖ ਕੇ ਤੇਰੇ ਲੋਰ ਬਾਤ ਤੇ ਜਸਦ ਕਹਿਣ ਲੱਗੇ, ਭਾਈ ਬਾਲੇ ਤੇਰਾ ਜਿਹੜਾ ਹਿਰਦਾ ਨਾ, ਜਿਵੇਂ ਸੁਮੇਰ ਪਰਬਤ ਹੈ, ਉਹ ਹਵਾ ਆਈ ਜਾਵੇ, ਮੀਂਹ ਹਨੇਰੀ ਆਵੇ, ਉਹ ਹਿਲਦਾ ਨਹੀਂ। ਸੁਮੇਰ ਪਰਬਤ ਵਾਂਗੂ ਤੇਰਾ ਹਿਰਦਾ ਅਚਲ ਹੋਵੇਗਾ। ਜਸਦ ਮਨ ਤੇਰਾ ਇਸ ਪ੍ਰਕਾਰ ਸੁਮੇਰ ਪਰਬਤ ਵਾਂਗੂ ਅਡੋਲ ਤੇਰਾ ਹਿਰਦਾ ਮਨ ਹੋ ਜਾਵੇਗਾ। ਬੇਮੁਖਤਾ ਨਿਸ ਭਰਮ ਅੰਕਾ ਜਿਹੜੀ ਬੇਮੁਖਤਾ ਹੈ ਇਹ ਰਾਤ ਵਰਗੀ ਹੈ, ਤੇ ਜਿਹੜਾ ਭਰਮ ਭੁਲੇਖਾ ਇਹ ਚੰਦਰਮਾ ਵਰਗਾ ਹੈ। ਦੁਖਦਾਰ ਬਟਗਨ ਸੇ ਤੇ ਜਿਹੜੇ ਦੁੱਖ ਦਰਿਦਰ ਹੈ ਇਹ ਤਾਰਿਆਂ ਵਰਗੇ ਹਨ। ਨਭ ਭਾਨ ਪ੍ਰੇਮ ਪ੍ਰਕਾਸ਼ੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਹਿਰਦੇ ਦੇ ਵਿੱਚ ਪ੍ਰੇਮ ਦੇ ਪ੍ਰਕਾਸ਼ ਰੂਪੀ ਸੂਰਜ ਪੈਦਾ ਹੋਵੇਗਾ। ਜਿਵੇਂ ਸੂਰਜ ਦਾ ਪ੍ਰਕਾਸ਼ ਹੁੰਦਾ, ਇਸੇ ਤਰ੍ਹਾਂ ਭਾਈ ਬਾਲਾ ਜੀ ਤੇਰੇ ਹਿਰਦੇ ਵਿੱਚ ਹਮੇਸ਼ਾ ਪ੍ਰੇਮ ਦਾ ਪ੍ਰਕਾਸ਼ ਹੋਇਆ ਰਹੇਗਾ। ਸੋ ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਹੋਏ ਭਾਈ ਬਾਲੇ ਜੀ ਦੀਆਂ ਬੇਨਤੀਆਂ ਸੁਣ ਕੇ ਮਹਾਨ ਬਖਸ਼ਿਸ਼ਾਂ ਕਰ ਰਹੇ ਹਨ ਕਿ ਤੇਰਾ ਹਿਰਦਾ ਜਿਹੜਾ ਇਹ ਕਦੇ ਬੇਮੁਖ ਨਹੀਂ ਹੋਵੇਗਾ, ਕਿਸੇ ਪ੍ਰਕਾਰ ਦਾ ਤੇਰੇ ਮਨ ਵਿੱਚ ਭਰਮ ਨਹੀਂ ਹੋਏਗਾ, ਕੋਈ ਦੁੱਖ ਦਰਦ ਨਹੀਂ ਆਵੇਗਾ। ਦੁੱਖਾਂ ਦਰਦਾਂ ਰੂਪੀ ਤਾਰੇ ਜਿਹੜੇ ਆ ਉਹ ਅਲੋਪ ਹੋ ਜਾਣਗੇ। ਜਿਵੇਂ ਸੂਰਜ ਚੜ੍ਹੇ ਤੋਂ ਰਾਤ ਵੀ ਖਤਮ ਹੋ ਜਾਂਦੀ ਹੈ, ਚੰਦਰਮਾ ਵੀ ਦੂਰ ਚਲਿਆ ਜਾਂਦਾ, ਤੇ ਇਸੇ ਤਰ੍ਹਾਂ ਤਾਰੇ ਵੀ ਅਲੋਪ ਹੋ ਜਾਂਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਾ ਤੇਰੇ ਮਨ ਦੇ ਵਿੱਚ ਬੇਮੁਖਤਾ ਆਵੇ, ਨਾ ਕਦੇ ਭਰਮ ਭੁਲੇਖਾ ਪਵੇ, ਨਾ ਦੁੱਖ ਦਰਿਦਰ ਤੈਨੂੰ ਕਦੇ ਸਤਾਉਣਗੇ, ਸਗੋਂ ਪ੍ਰੇਮ ਦਾ ਰੂਪੀ ਜਿਹੜਾ ਸੂਰਜ ਹੈ ਉਹਦਾ ਪ੍ਰਕਾਸ਼ ਤੇਰੇ ਹਿਰਦੇ ਦੇ ਵਿੱਚ ਹੋਵੇਗਾ। ਤੇ ਜਿੱਥੇ ਸਾਧ ਸੰਗਤ ਜੀ ਪ੍ਰੇਮ ਦਾ ਪ੍ਰਕਾਸ਼ ਹੋਵੇ ਉੱਥੇ ਭਰਮ ਭੁਲੇਖਾ ਕਦੇ ਪੈ ਹੀ ਨਹੀਂ ਸਕਦਾ। ਆਮ ਦੁਨਿਆਵੀ ਉਦਾਹਰਨ ਲੈ ਲਓ, ਕੋਈ ਸਾਡਾ ਬਹੁਤ ਜ਼ਿਆਦਾ ਨੇੜਲਾ ਮਿੱਤਰ ਪਿਆਰਾ ਹੋਵੇ, ਉਹਦੇ ਬਾਰੇ ਵਿੱਚ ਆ ਕੇ ਕੋਈ ਸਾਡੇ ਕੋਲੇ ਗੱਲ ਕਹੇ ਵੀ ਉਹ ਫਲਾਣਾ ਤਾਂ ਇਸ ਤਰੀਕੇ ਨਾਲ ਮਾੜਾ ਹੈ, ਉਹਦਾ ਜੀਵਨ ਇਉਂ ਮਾੜਾ ਹੈ, ਤੇ ਅਸੀਂ ਕਹਿ ਦਿਆਂਗੇ ਵੀ ਉਹਨੂੰ ਮੇਰੇ ਨਾਲੋਂ ਵੱਧ ਤੂੰ ਨਹੀਂ ਜਾਣਦਾ, ਕਿਉਂਕਿ ਹਿਰਦੇ ਦੇ ਵਿੱਚ ਪ੍ਰੇਮ ਪ੍ਰਕਾਸ਼ ਆ ਉਹਦਾ। ਚਾਹੇ ਉਹ ਲੱਖ ਮਾੜਾ ਵੀ ਹੋਵੇ, ਜਿਹੜਾ ਇੱਕ ਮਿੱਤਰ ਸੱਚਾ ਨਾ ਉਹ ਦੂਜੇ ਮਿੱਤਰ ਨੂੰ ਕਦੇ ਮਾੜਾ ਨਹੀਂ ਕਹੇਗਾ, ਕਿਉਂਕਿ ਹਿਰਦੇ ਵਿੱਚ ਪ੍ਰੇਮ ਦਾ ਪ੍ਰਕਾਸ਼ ਆ। ਉੱਥੇ ਭਰਮ ਪੈਦਾ ਹੋ ਹੀ ਨਹੀਂ ਸਕਦਾ, ਉੱਥੇ ਸਾਧ ਸੰਗਤ ਜੀ ਬੇਮੁਖਤਾ ਆ ਹੀ ਨਹੀਂ ਸਕਦੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਬਾਲਾ ਜੀ ਬੇਮੁਖਤਾ ਨਹੀਂ ਹੋਵੇਗੀ, ਤੁਹਾਨੂੰ ਭਰਮ ਭੁਲੇਖਾ ਨਹੀਂ ਪਵੇਗਾ, ਦੁੱਖ ਦਰਿਦਰ ਨੇੜੇ ਨਹੀਂ ਆਉਣਗੇ, ਪ੍ਰੇਮ ਦਾ ਪ੍ਰਕਾਸ਼ ਸਦਾ ਤੁਹਾਡੇ ਹਿਰਦੇ ਵਿੱਚ ਰਹੇਗਾ। ਜਿੰਨੇ ਅਸੀਂ ਪਿੱਛੇ ਗਿਣੇ ਆ ਬੇਮੁਖਤਾ, ਭਰਮ, ਦੁੱਖ ਦਰਿਦਰ, ਇਹ ਸਾਰੇ ਨਾਸ਼ ਹੋ ਜਾਣਗੇ। ਤੇਰਾ ਜਿਹੜਾ ਹਿਰਦਾ ਹੈ ਇਹ ਸਰਵਰ ਸਰੋਵਰ ਦੇ ਵਰਗਾ ਹੋਵੇਗਾ। ਤੇ ਜਿਵੇਂ ਸਰੋਵਰ ਦੇ ਵਿੱਚ ਸੋਹਣੇ ਕਮਲ ਖਿੜਦੇ ਆ, ਵਾਹਿਗੁਰੂ ਦੀ ਉਸਤਤ ਰੂਪੀ ਕਮਲ ਤੇਰੇ ਹਿਰਦੇ ਵਿੱਚ ਖਿੜਨਗੇ ਤੇ ਸਦਾ ਹੀ ਵਿਗਸੇ ਰਹਿਣਗੇ, ਖਿੜੇ ਰਹਿਣਗੇ, ਕਦੇ ਸੁੱਕਣਗੇ ਨਹੀਂ। ਇਉਂ ਤੇਰੇ ਮਨ ਦੇ ਵਿੱਚ ਜਿਹੜੀ ਪ੍ਰੇਮ ਰੂਪੀ ਜਿਹੜੇ ਮਕਰੰਦ ਆ ਨਾ, ਸੁਗੰਧੀ ਹੈ ਫੁੱਲਾਂ ਦੀ, ਉਹ ਵੱਧਦੀ ਰਹੇਗੀ ਹਮੇਸ਼ਾ। ਜਗ ਦੇ ਜਿਹੜੇ ਲੋਕ ਆ ਸੰਸਾਰ ਦੇ, ਸੰਸਾਰ ਰੂਪੀ ਸਾਗਰ ਦੇ ਵਿੱਚ ਜਿਹੜੇ ਨਿੰਦਕ ਲੋਕ ਆ, ਉਹ ਤਾਂ ਲੂਣ ਦੀ ਤਰ੍ਹਾਂ ਘੁਲ ਜਾਂਦੇ, ਗਲ ਜਾਂਦੇ ਹਨ। ਪਰ ਭਾਈ ਬਾਲਾ ਜੀ ਤੂੰ ਪਦਮ ਦੇ ਸਮਾਨ, ਕਮਲ ਦੇ ਵਾਂਗੂ, ਜਿਵੇਂ ਕਮਲ ਅਲੇਪ ਰਹਿੰਦਾ ਨਾ ਪਾਣੀ ਵਿੱਚ ਰਹਿੰਦਾ ਹੋਇਆ, ਉਵੇਂ ਤੂੰ ਨਿਰਲੇਪ ਰਹੇਗਾ ਜੀਵਨ ਵਿੱਚ। ਤੇ ਜਿਹੜੇ ਕਹਿੰਦੇ ਲੋਕ ਐਵੇਂ ਕੁੱਤਿਆਂ ਵਾਂਗੂ ਭੌਂਕਦੇ ਰਹਿੰਦੇ ਆ ਦਿਨ ਰਾਤ, ਕਹਿੰਦੇ ਹਾਥੀ ਨੂੰ ਤਾਂ ਫਰਕ ਨਹੀਂ ਪੈਂਦਾ ਨਾ, ਹਾਥੀ ਆਪਣੀ ਮਸਤ ਚਾਲ ਵਿੱਚ ਚੱਲਿਆ ਜਾਂਦਾ ਹੈ। ਤੇ ਸਤਿਗੁਰੂ ਨੇ ਇਉਂ ਬਚਨ ਕਰਕੇ ਖੁਸ਼ੀਆਂ ਬਖਸ਼ੀਆਂ, ਭਾਈ ਬਾਲਾ ਜੀ ਨੂੰ ਘਰ ਭੇਜਣ ਲਈ ਖੁਸ਼ੀ ਬਖਸ਼ੀ। ਭਾਈ ਬਾਲਾ ਜੀ ਨੇ ਉਸ ਵੇਲੇ ਸਤਿਗੁਰੂ ਜੀ ਦੇ ਚਰਨਾਂ ਤੇ ਬੰਦਨਾ ਕੀਤੀ, ਮੱਥਾ ਟੇਕਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਵਚਨ ਸ਼ੋਭਨੀਕ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਹਿਰਦੇ ਵਿੱਚ ਬੜਾ ਆਨੰਦ ਪੈਦਾ ਹੋ ਗਿਆ ਹੈ। ਦੇਖੋ ਭਾਈ ਮਰਦਾਨਾ ਜੀ ਸਤਿਗੁਰੂ ਦੀ ਖਬਰ ਲੈਣ ਵਾਸਤੇ ਆਏ ਆ, ਪਿਤਾ ਮਹਿਤਾ ਕਾਲੂ ਜੀ ਨੇ ਭੇਜਿਆ ਉਹਨਾਂ ਨੂੰ, ਉਹਨੂੰ ਜਾਣ ਨਹੀਂ ਦਿੱਤਾ ਵਾਪਸ, ਕਹਿੰਦੇ ਸਾਡੇ ਕੋਲੇ ਰਹੋ। ਤੇ ਇਹਦੇ ਮਨ ਨੂੰ ਪ੍ਰੇਰਨਾ ਸਤਿਗੁਰੂ ਨੇ ਆਪ ਕੀਤੀ ਹੈ ਕਿ ਭਾਈ ਬਾਲਾ ਜੀ ਜਾ ਕੇ ਖਬਰਸਾਰ ਦੱਸ ਦੇਣ।
ਇਉਂ ਬੜੇ ਆਨੰਦ ਸਹਿਤ ਤਲਵੰਡੀ ਕੇ ਮਾਰਗ ਚਲ ਕਰ ਉਸ ਵੇਲੇ ਤਲਵੰਡੀ ਨਗਰ ਦੇ ਰਸਤੇ ਉੱਤੇ ਚੱਲ ਕੇ ਆਇਓ ਅਗਨਨ ਕੀਤਾ ਭਾਈ ਬਾਲਾ ਜੀ ਕਹਿੰਦੇ ਮੈਂ ਆਪਣੇ ਘਰ ਆ ਗਿਆ। ਮੁਝ ਪਛਾਣ ਸੁਨੋ ਗੁਰ ਅੰਗਦ ਮੇਰੇ ਤੋਂ ਪਿੱਛੋਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਸੁਣੋ ਕੀ ਹੋਇਆ। ਸ੍ਰੀ ਬੇਦੀ ਕੁਲ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਬੇਦੀ ਕੁਲ ਦੇ ਤੁਜਾ ਰੂਪ ਭਏ ਪ੍ਰਸਿੱਧ ਸੁਸਾ ਪਰਿਤ ਸ਼ੈ ਆਪਣੀ ਵੱਡੀ ਭੈਣ ਬੇਬੇ ਨਾਨਕੀ ਜੀ ਦੇ ਉੱਤੇ ਬਹੁਤ ਪ੍ਰਸੰਨ ਹੋਏ। ਕਮਨੇ ਗੁਣ ਧਿਆਨਾ ਖੁਸ਼ੀਆਂ ਬਖਸ਼ ਕੇ ਮੁੜ ਕੇ ਸਤਿਗੁਰੂ ਜੀ ਉਦਿਆਨ ਜੰਗਲ ਬਿਆਬਾਨ ਵਿੱਚ ਚਲੇ ਗਏ। ਅਕੰਤ ਜੈ ਮਨ ਜਨਾਵੈ ਇਕੱਲੇ ਹੀ ਜਾ ਕੇ ਬੈਠ ਗਏ ਜਿੱਥੇ ਕੋਈ ਮਨੁੱਖ ਕੋਲੇ ਨਹੀਂ ਆਉਂਦਾ। ਕਰਨਾ ਨਿਦ ਗਤ ਦਾਨਾ ਸਤਿਗੁਰੂ ਜੀ ਜਿਹੜੇ ਕਿਰਪਾ ਦੇ ਘਰ ਹਨ ਤੇ ਮੁਕਤੀ ਦੇ ਦਾਤੇ ਹਨ। ਕਮਲ ਬਦਨ ਪ੍ਰਾਚੀ ਜਿਸ ਜੇ ਕੋ ਸੁੰਦਰ ਕਮਲਾ ਵਰਗਾ ਖਿੜਿਆ ਹੋਇਆ ਮੁਖ ਜਾਂ ਪੂਰਬ ਦਿਸ਼ਾ ਦੇ ਵਿੱਚ ਜਿਵੇਂ ਸੂਰਜ ਚੜ੍ਹਦਾ ਹੈ ਉਸ ਤਰ੍ਹਾਂ ਸਤਿਗੁਰੂ ਦੇ ਮੁਖ ਦੀ ਸ਼ੋਭਾ ਹੈ। ਵਾਗ ਪਰਮਾਨਾ ਤੇ ਸਤਿਗੁਰੂ ਜੀ ਦੇ ਵਾਕ ਆ ਜਿਹੜੇ ਵਚਨ ਹੈ ਉਹ ਸੂਰਜ ਦੀ ਨਿਆਈ ਹਨ। ਕੇਂਦਰ ਭਰਮ ਤੁਮਰ ਹਰਿ ਜਿਵੇਂ ਸੂਰਜ ਹਨੇਰਾ ਦੂਰ ਕਰ ਦਿੰਦਾ ਇਸੇ ਤਰ੍ਹਾਂ ਆਪਣੇ ਸਿੱਖਾਂ ਸੇਵਕਾਂ ਦੇ ਹਿਰਦੇ ਦੇ ਭਰਮ ਰੂਪੀ ਹਨੇਰੇ ਨੂੰ ਸਤਿਗੁਰੂ ਦੂਰ ਕਰਦੇ ਹਨ। ਕਲਮਲ ਉਡਨਾਨਾ ਤੇ ਅਨੇਕਾਂ ਪ੍ਰਕਾਰ ਦੇ ਜਿਹੜੇ ਪਾਪ ਹੈ ਉਹਨਾਂ ਨੂੰ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਪਾਪਾਂ ਰੂਪੀ ਤਾਰਿਆਂ ਨੂੰ ਖਤਮ ਕਰਦੇ ਹਨ। ਕਯੁਰ ਬਾਵਲੇ ਹਿਤਪੁਰ ਮੈਂ ਜਿਸ ਵੇਲੇ ਭਾਈ ਮਰਦਾਨਾ ਰਬਾਬ ਲੈਣ ਦੇ ਲਈ ਨਗਰ ਸੁਲਤਾਨਪੁਰ ਵਿਖੇ ਗਿਆ। ਭੋਜਨ ਭਾਮਰਦਾਨਾ ਭਾਈ ਮਰਦਾਨਾ ਜੀ ਖੋਜਦੇ ਫਿਰਦੇ ਆ ਲੱਭਦੇ ਫਿਰਦੇ ਹਨ। ਸੁਨੈ ਜੂਮੁਖ ਸਤਨੈ ਜਹਮਾਲ ਉਸ ਵੇਲੇ ਸਾਧ ਸੰਗਤ ਜੀ ਜਿੱਥੇ ਜਿੱਥੇ ਮਰਾਸੀਆਂ ਦੇ ਘਰ ਸਨ ਸੁਣੇ ਭਾਈ ਮਰਦਾਨੇ ਨੇ। ਭੋਜੈ ਜੈ ਸੁਜਨਾ ਭਾਈ ਮਰਦਾਨਾ ਜੀ ਬੜੇ ਸਿਆਣੇ ਸਿੱਖ ਜਾ ਕੇ ਉੱਥੇ ਪੁੱਛਦੇ ਹਨ। ਆਦਰਪੁਰ ਮੈਂ ਦੇ ਨ ਕੋ ਰਬਾਬ ਤਾਂ ਕਿਸੇ ਨੇ ਕੀ ਦੇਣੀ ਸੀ ਭਾਈ ਮਰਦਾਨੇ ਨੂੰ ਬਲਕਿ ਸੁਲਤਾਨਪੁਰ ਨਗਰ ਦੇ ਵਿੱਚ ਇਹਨਾਂ ਮਰਾਸੀਆਂ ਦੇ ਘਰ ਵਿੱਚ ਕਿਸੇ ਨੇ ਉਹਦਾ ਸਤਿਕਾਰ ਵੀ ਨਾ ਕੀਤਾ। ਅਸਬਦ ਵਾਗਲਾ ਮੈਂ ਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਹਿਰਦੇ ਨੂੰ ਚੁਭਣ ਵਾਲੀਆਂ ਲੋਕ ਕਰਦੇ ਹਨ। ਏਕੋ ਡੂਰ ਭਇਓ ਪੁਰਾਈ ਆਪਸ ਵਿੱਚ ਇਹ ਮਰਾਸੀਆਂ ਦੇ ਪਰਿਵਾਰਾਂ ਦੇ ਲੋਕ ਕਹਿੰਦੇ ਬਈ ਇਹ ਤਾਂ ਕਹਿੰਦੇ ਉਹਦਾ ਡੂਮ ਹੈ ਉਹਦਾ ਮਰਾਸੀ ਹੈ ਜਿਹੜਾ ਕੁਰਾਈਆ ਹੋ ਗਿਆ ਘਰ-ਬਾਰ ਛੱਡ ਕੇ ਮੋਦੀ ਖਾਨਾ ਤਿਆਗ ਕੇ ਪੁੱਠੇ ਰਾਹ ਚੱਲ ਪਿਆ ਹੈ। ਸੁੰਦਰੋ ਸੁਹਰਿਆ ਮੈਂ ਭਾਈ ਮਰਦਾਨਾ ਜੀ ਸੁਣਦੇ ਆ ਮਨ ਵਿੱਚ ਬੜਾ ਗੁੱਸਾ ਆਉਂਦਾ ਹੈ। ਦੋਰਾ ਫਿਰਦ ਇੱਕ ਸ਼ਰਮ ਪਇਓ ਕਿਉਂ ਤੁਰਦਿਆਂ ਭਾਈ ਮਰਦਾਨਾ ਜੀ ਇੱਕ ਤਾਂ ਕਹਿੰਦੇ ਬਹੁਤੇ ਥੱਕ ਗਏ ਸੁੰਦਰ ਦੂਸਰ ਨਿੰਦਕ ਬੈਨਾ ਤੇ ਦੂਜਾ ਜਿਹੜੇ ਇਹਨਾਂ ਦੇ ਨਿੰਦਕਾਂ ਦੇ ਵਚਨ ਸੀ ਉਹ ਸੁਣ ਕੇ ਅੱਕ ਗਏ। ਸੁਣ ਮੈਂ ਦੁਖਿਤ ਭਇਓ ਸੁਣ ਕੇ ਭਾਈ ਮਰਦਾਨਾ ਜੀ ਦਾ ਮਨ ਬੜਾ ਦੁਖੀ ਹੋ ਗਿਆ। ਬਸ ਆਪਣਾ ਚਲੈ ਨਾ ਭਾਈ ਮਰਦਾਨਾ ਜੀ ਦਾ ਕੋਈ ਬਸ ਨਹੀਂ ਚੱਲਦਾ। ਹਰ ਗੀਤ ਕਾ ਛੰਦ ਫਿਰ ਕਰ ਸਗਰੇ ਨਰ ਮੈਂ ਸਾਰੇ ਨਗਰ ਦੇ ਵਿੱਚ ਤੁਰ ਫਿਰ ਕੇ ਮਰਦਾਨਾ ਔਰ ਅਕਲਾਈ ਕੈ ਮਰਦਾਨੇ ਨੂੰ ਜਦੋਂ ਰਬਾਬ ਨਾ ਲੱਭੀ ਕਿਸੇ ਨੇ ਦਿੱਤੀ ਨਾ ਤੇ ਬੜਾ ਮਨ ਦੇ ਵਿੱਚ ਵਿਆਕੁਲ ਹੋ ਗਿਆ ਦੁਖੀ ਹੋ ਗਿਆ। ਵੈਸੇ ਸ੍ਰੀ ਨਾਨਕ ਜਹਾਂ ਜਿੱਥੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਸਨ ਤਖਤ ਸੁਬੈਠੋ ਆਏ ਕੈ ਬੜਾ ਥੱਕ ਹਾਰ ਕੇ ਉੱਥੇ ਆ ਕੇ ਕੋਲ ਬਹਿ ਗਿਆ। ਸ੍ਰੀ ਮੁਖ ਬੂਝਤ ਭਏ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੋਹਣੇ ਮੁਖੜੇ ਤੋਂ ਪੁੱਛਦੇ ਹਨ। ਤੇ ਬਦਨੇ ਬਿਕਲ ਨਿਹਾਰ ਕੈ ਭਾਈ ਮਰਦਾਨਾ ਜੀ ਦਾ ਚਿਹਰਾ ਬੜਾ ਵਿਆਕੁਲ ਜਿਹਾ ਹੋਇਆ ਦੇਖ ਕੇ ਨਿਰਵਾਵ ਆਨ ਭਇਓ ਕਹਿੰਦੇ ਮਰਦਾਨੇ ਬਿਨਾਂ ਰਬਾਬ ਤੋਂ ਹੀ ਆ ਗਿਆ ਹੈ। ਨਿਰਵਿਦਾਸ ਭਨੋ ਸੁਧਾਰ ਕੈ ਤੇ ਕਹਿਣ ਲੱਗੇ ਸਾਰੀ ਗੱਲਬਾਤ ਦੱਸ ਸਾਨੂੰ ਖੋਲ ਕੇ ਵੀ ਬਿਨਾਂ ਰਬਾਬ ਤੋਂ ਕਿਉਂ ਆ ਗਿਆ ਰਬਾਬ ਕਿਉਂ ਨਹੀਂ ਲੈ ਕੇ ਆਇਆ। ਅੱਗੋਂ ਭਾਈ ਮਰਦਾਨਾ ਜੀ ਦੁਖੀ ਤਾਂ ਪਹਿਲਾਂ ਹੀ ਬੜੇ ਸੀ ਸਾਰੇ ਨਗਰ ਵਿੱਚ ਫਿਰਦੇ ਰਹੇ ਲੋਕ ਕੁਰਾਈਏ ਦਾ ਡੂਮ ਕਹਿੰਦੇ ਸੀ ਤਾਨੇ ਮਾਰਦੇ ਸੀ ਕਿਸੇ ਨੇ ਰਬਾਬ ਕੀ ਦੇਣੀ ਸੀ ਸਗੋਂ ਨਰਾਦਰ ਕੀਤਾ। ਬੜਾ ਦੁਖੀ ਹੋ ਕੇ ਆ ਕੇ ਥੱਕ ਕੇ ਭਾਈ ਮਰਦਾਨਾ ਬੈਠਾ ਸੀ। ਉਸ ਵੇਲੇ ਬੜਾ ਅੱਕ ਕੇ ਜੇ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਕਾਹਤੋਂ ਪੁੱਛਦੇ ਆ। ਆਪ ਜੀ ਤਾਂ ਅੰਤਰਜਾਮੀ ਹੋ ਸਭ ਦੇ ਦਿਲਾਂ ਦੀਆਂ ਜਾਣਨਹਾਰ ਹੋ। ਉਸ ਵੇਲੇ ਫਿਰ ਕਹਿਣ ਲੱਗਾ ਮੁਖ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਰਦਾਨੇ ਜੋ ਹੋਇਆ ਬਿਨਾਂ ਸ਼ੰਕੇ ਤੋਂ ਸਾਨੂੰ ਬੋਲ ਕੇ ਦੱਸ। ਕਹਿੰਦਾ ਮਹਾਰਾਜ ਕਿਵੇਂ ਮੈਂ ਆਪਣੇ ਮੂੰਹ ਤੋਂ ਆਖਾਂ
ਜਿਹੜੀਆਂ ਗੱਲਾਂ ਨਗਰ ਦੇ ਲੋਕਾਂ ਨੇ ਕੀਤੀਆਂ ਉਹ ਤੁਹਾਡੇ ਸਾਹਮਣੇ ਕਹਿਣ ਯੋਗ ਨਹੀਂ ਹਨ। ਸੁਣੈ ਸੁਣੈ ਸ੍ਰੀ ਗੁਰ ਕਹੈ ਬਾਰ-ਬਾਰ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਮਰਦਾਨੇ ਤੋਂ ਪੁੱਛਦੇ ਹਨ। ਆਓ ਜਿਸ ਬਿਦ ਭਇਓ ਕਰਤਾਂਤ ਹੈ। ਕਹਿੰਦੇ ਭਾਈ ਮਰਦਾਨੇ ਤੂੰ ਦੱਸ ਦੇ, ਜਿਸ ਤਰ੍ਹਾਂ ਵੀ ਹੋਇਆ ਵਰਤਿਆ, ਜਿਵੇਂ ਗੱਲਬਾਤ ਹੋਈ ਸਾਨੂੰ ਦੱਸ। ਮਤ ਦੁਰਮਲ ਛੰਦ ਔਰ ਡਰ ਮਰਦਾਨੇ ਬਚਨ ਬਖਾਨੇ। ਭਾਈ ਮਰਦਾਨੇ ਨੇ ਮਨ ਵਿੱਚ ਭੈ ਧਾਰਨ ਕਰਕੇ ਆਖਿਆ, ਕੀ ਜਿੰਦਾ ਰਿਉ ਬੈਨ ਕਹੈ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਨਗਰ ਦੇ ਕਿੰਨੇ ਲੋਕ ਇਉਂ ਬੋਲਦੇ ਸਨ। ਇਹ ਜੁਮਗ ਤਾਹੀ ਪਾਜੋ ਕਰਾਹੀ। ਮੈਨੂੰ ਕਹਿੰਦੇ ਸੀ ਵੀ ਇਹ ਮਰਾਸੀ ਉਹਦਾ ਹੀ ਹੈ ਜਿਹੜਾ ਕੁਰਾਈਆ ਹੋ ਗਿਆ, ਪੁੱਠੇ ਰਸਤੇ ਪੈ ਗਿਆ ਨਾਨਕ। ਮਹਿਰ ਬਾਬੋ ਦੇਨ ਕਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕੋਈ ਵੀ ਰਵਾਬ ਦੇਣੀ ਨਹੀਂ ਸੀ ਚਾਹੁੰਦਾ ਮੈਨੂੰ, ਦੁਰਮਤ ਭ੍ਰਮ ਭੂਲੇ ਜਸ ਪ੍ਰਤ ਭੂਲੇ। ਕਿਉਂਕਿ ਭੈੜੀ ਮੱਤ ਵਾਲੇ ਲੋਕ ਭਰਮਾਂ ਭੁਲੇਖਿਆਂ ਵਿੱਚ ਪਏ ਹੋਏ ਆ। ਜਸ ਤਾਂ ਆਪ ਜੀ ਦਾ ਕੀ ਕਰਨਾ ਸੀ ਮਹਾਰਾਜ, ਉਹ ਤਾਂ ਪੁੱਠਾ ਹੀ ਬੋਲਦੇ ਸਨ। ਸਤਿਮੁਖ ਤੇ ਨਿੰਦ ਬਖਾਨੇ। ਉਹ ਮੂਰਖ ਲੋਕ ਆਪਣੇ ਮੂੰਹ ਤੋਂ ਨਿੰਦਿਆ ਕਰਦੇ ਸਨ। ਹਉ ਮਨ ਏ ਚਾਹੂੰ ਰਸਿਓ ਲਿਆਵਾਂ। ਮਹਾਰਾਜ ਮੇਰਾ ਮਨ ਦੀ ਇਹ ਭਾਵਨਾ ਸੀ, ਮਨ ਵਿੱਚ ਮੈਂ ਚਾਹੁੰਦਾ ਸੀ ਵੀ ਕੋਈ ਰਸਿਆ ਹੋਇਆ ਰਬਾਬ ਲੈ ਕੇ ਆਵਾਂ, ਭਾਵ ਨਵਾਂ ਨਾ ਲੈਵਾਂ ਨਾ ਬਹੁਤਾ ਪੁਰਾਣਾ ਲਵਾਂ, ਥੋੜ੍ਹਾ ਜਿਹਾ ਜਿਹੜਾ ਚੱਲ ਕੇ ਤੇ ਚੱਲਿਆ ਹੋਵੇ, ਸੁਰ ਦੇ ਵਿੱਚ ਸੈੱਟ ਹੋਵੇ ਨਾ, ਉਹੋ ਜਿਹਾ ਰਬਾਬ ਮੈਂ ਰਸਿਆ ਹੋਇਆ ਲਿਆਵਾਂ। ਸੋ ਪਾਏ ਨਗਰ ਖੁਜਾਨੇ। ਸਾਰੇ ਨਗਰ ਵਿੱਚ ਖੋਜ ਲਿਆ, ਲੱਭ ਲਿਆ, ਮਹਾਰਾਜ ਮੈਂ ਤਾਂ ਨਹੀਂ ਪਾਇਆ, ਕਿਤੋਂ ਪ੍ਰਾਪਤ ਨਹੀਂ ਕੀਤਾ। ਸ੍ਰੀ ਗੁਰੂ ਗਤ ਦੇਨਾ ਸੁਨ ਕੈ ਬੈਨਾ। ਮੁਕਤੀ ਦੇ ਦਾਤੇ ਸਤਿਗੁਰੂ ਜੀ ਸੁਣ ਕੇ, ਤਖ ਮਾਰੇ ਗੁਰਤ ਗਵਾਰਾ। ਸਤਿਗੁਰੂ ਜੀ ਕਹਿੰਦੇ ਤਾਂ ਦੁਸ਼ਟ ਲੋਕ ਐ, ਐਵੇਂ ਝੱਖਾਂ ਮਾਰਦੇ ਆ, ਬਕਵਾਸ ਕਰਦੇ ਆ, ਮੂਰਖ ਲੋਕ ਹਨ, ਗਵਾਰ ਲੋਕ ਹਨ। ਤਿੰਨ ਪ੍ਰਕਾਰ ਦੇ ਸ਼ਬਦ ਗੁਰਬਾਣੀ ਵਿੱਚ ਆਉਂਦੇ ਆ ਖਾਲਸਾ ਜੀ। ਇੱਕ ਆਉਂਦਾ ਮੂਰਖ, ਇੱਕ ਆਉਂਦਾ ਮੁਗਧ, ਤੇ ਤੀਜਾ ਆਉਂਦਾ ਗਵਾਰ। ਗ੍ਰੰਥੀ ਸਿੰਘ ਬੈਠੇ ਆ, ਇਹਨਾਂ ਨੂੰ ਪਤਾ, ਰੋਜ਼ਾਨਾ ਪਾਠ ਕਰਦੇ ਨੇ ਗੁਰਬਾਣੀ ਦਾ। ਮੂਰਖ ਉਹਨੂੰ ਕਿਹਾ ਜਾਂਦਾ ਜਿਹਨੂੰ ਸਾਧ ਸੰਗਤ ਜੀ ਕੁਝ ਸਮਝਾਈਏ ਤੇ ਉਹ ਥੋੜ੍ਹੀ ਬਹੁਤੀ ਮੰਨ ਲਏ ਸਾਡੀ, ਉਹਨੂੰ ਮੂਰਖ ਕਿਹਾ ਜਾਂਦਾ। ਮੁਗਧ ਉਹ ਹੁੰਦਾ ਜਿਹਨੂੰ ਜਿੰਨਾ ਮਰਜ਼ੀ ਸਮਝਾਈ ਜਾਓ ਉਹਨੇ ਟਸ ਤੋਂ ਮਸ ਨਹੀਂ ਹੋਣਾ, ਉਹਨੇ ਆਪਣੀ ਗੱਲ 'ਤੇ ਅੜੇ ਰਹਿਣਾ। ਤੇ ਗਵਾਰ ਉਹਨੂੰ ਕਹਿੰਦੇ ਆ ਜਿਹਦੇ ਮਨ ਵਿੱਚ ਹਉਮੈ ਹੰਕਾਰ ਦਾ ਗਵਾਰ ਭਰਿਆ ਹੋਵੇ, ਜਿਹੜਾ ਸਾਡੀ ਗੱਲ ਤਾਂ ਕੀ ਮੰਨਣੀ ਸੀ, ਸਗੋਂ ਅੱਗੋਂ ਮਖੌਲ ਉਡਾਵੇ, ਉਹਨੂੰ ਗਵਾਰ ਕਿਹਾ ਜਾਂਦਾ। ਜਿਵੇਂ ਕਿਸੇ ਨੂੰ ਕਹੇ ਤੂੰ ਨਾਮ ਜਪ ਲੈ, ਬਾਣੀ ਪੜ੍ਹ ਲੈ, ਉਹ ਅੱਗੋਂ ਕਹਿੰਦਾ ਜੀ ਤੁਸੀਂ ਪੜ੍ਹ ਲਓ, ਮੈਂ ਤਾਂ ਤੁਹਾਡੀ ਪੂਛ ਫੜ ਕੇ ਤਰ ਜੂੰਗਾ। ਉਹ ਚੰਗੇ ਭਲੇ ਬਾਣੀ ਪੜ੍ਹਨ ਵਾਲੇ ਨੂੰ ਵੀ ਜਾਨਵਰ ਬਣਾ ਦਿੰਦਾ, ਉਹਨੂੰ ਗਵਾਰ ਕਹਿੰਦੇ ਆ। ਜਿਹੜਾ ਅੱਗੋਂ ਸਾਧ ਸੰਗਤ ਜੀ ਇੱਕ ਦੀਆਂ ਚਾਰ ਸੁਣਾਵੇ, ਚੰਗੀ ਗੱਲ ਨੂੰ ਮੰਨੇ ਨਾ ਤੇ ਚਤਰਾਈਆਂ ਕਰੇ, ਉਹਨੂੰ ਗੁਰਬਾਣੀ ਵਿੱਚ ਗਵਾਰ ਕਿਹਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਰਦਾਨੇ ਇਹ ਤਾਂ ਕਹਿੰਦੇ ਐਵੇਂ ਬਕਵਾਸ ਕਰਦੇ ਆ, ਦੁਸ਼ਟ ਲੋਕ ਗਵਾਰ ਹਨ। ਲੱਜਤ ਮੁਖ ਹੋਵੈ ਜਨਮ ਗਗੋਵੈ। ਇਹ ਦੇਖਿਓ ਕਹਿੰਦੇ ਜਿਹੜੇ ਮੂੰਹ ਨਾਲ ਨਿੰਦਿਆ ਕਰਦੇ ਆ ਨਾ, ਇਹਨਾਂ ਦਾ ਮੁਖ ਇਹ ਸ਼ਰਮਸ਼ਾਰ ਹੋਵੇਗਾ, ਆਪਣੇ ਜਨਮ ਨੂੰ ਵਿਅਰਥ ਗਵਾਉਣਗੇ। ਦੁਖ ਪਾਵੈ ਜਮ ਦੁਆਰਾ। ਜਦੋਂ ਜਮਾਂ ਦੇ ਦੁਆਰੇ ਧਰਮਰਾਜ ਦੀ ਕਚਹਿਰੀ ਵਿੱਚ ਜਾਣਗੇ ਦੁੱਖ ਪਾਉਣਗੇ। ਤੂੰ ਕਰ ਨਿਜ ਕਾਜਾ ਤਜ ਨਰ ਰਾਜਾ। ਭਾਈ ਮਰਦਾਨੇ ਜਿਹੜਾ ਕੰਮ ਤੈਨੂੰ ਕਿਹਾ ਨਾ ਤੂੰ ਉਹ ਕੰਮ ਕਰ, ਰਬਾਬ ਲੈ ਕੇ ਆ, ਲੋਕਾਂ ਦੀ ਇਹ ਸ਼ਰਮ ਸੰਗ ਛੱਡ ਦੇ, ਜਾਦੋ ਨਗਰ ਦੋਹਰੀ। ਦੁਬਾਰਾ ਨਗਰ ਦੇ ਵਿੱਚ ਜਾ। ਦੇਵ ਸੁੰਦਰ ਅਨੋ ਸੰਤ ਨਾ ਠਾਨੋ। ਸੋਹਣੀ ਸੁੰਦਰ ਰਬਾਬ ਦੇਖ ਕੇ ਲਾਇਆ, ਕੋਈ ਸ਼ੰਕਾ ਨਾ ਮਨ ਵਿੱਚ। ਸਭ ਕਰੋ ਡੂਮ ਕਰ ਟੋਰੀ। ਜਿੰਨੇ ਡੂਮਾਂ ਦੇ ਮਰਾਸੀਆਂ ਦੇ ਘਰ ਆ ਨਾ, ਸਾਰੇ ਟੋਲ ਲਾ, ਸਾਰੇ ਲੱਭ ਲਾ, ਕਿਤੋਂ ਰਬਾਬ ਜ਼ਰੂਰ ਮਿਲੇਗੀ। ਦੋਈਆ ਛੰਦ ਪ੍ਰਭ ਜੀ ਡੂਮ ਮਤ ਮਤ ਏਪੁਰ। ਭਾਈ ਮਰਦਾਨਾ ਕਹਿੰਦਾ ਮਹਾਰਾਜ ਜਿੰਨੇ ਆ ਸੁਲਤਾਨਪੁਰ ਨਗਰ ਦੇ ਮਰਾਸੀ ਹੈ ਤਾਂ ਮੰਦੀ ਮੱਤ ਵਾਲੇ ਹਨ। ਲੰਕਾ ਕਿਨੈ ਨ ਜਾਣਿਓ। ਮਹਾਰਾਜ ਸੱਚੇ ਪਾਤਸ਼ਾਹ ਮੈਂ ਕਿਹਾ ਵੀ ਹੈ, ਪਰ ਕਿਸੇ ਨੇ ਮੇਰਾ ਕਿਹਾ ਜਾਣਿਆ ਹੀ ਨਹੀਂ। ਬੈਸਨ ਦੇ ਨ ਕੀਏ ਸੁਨ ਮਾਨਾ। ਨਾ ਮਹਾਰਾਜ ਕਿਸੇ ਨੇ ਮੈਨੂੰ ਬਿਠਾਇਆ, ਬਿਠਾਉਣਾ ਤਾਂ ਕੀ ਸੀ, ਕਿਸੇ ਨੇ ਕੋਈ ਮਾਨ ਸਨਮਾਨ ਹੀ ਨਹੀਂ ਕੀਤਾ। ਕਿਨ ਰਬਾਬ ਨ ਆਨਿਓ। ਤੇ ਰਬਾਬ ਤਾਂ ਕਿਸੇ ਤੋਂ ਮਿਲੀ ਨਹੀਂ ਹੈ। ਇਹ ਦੇਸ਼ ਨ ਅਬ ਭੋਜਨ ਜਾਮੋ। ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਪ ਜੀ ਦੱਸੋ ਮੈਂ ਕਿਹੜੀ ਦਿਸ਼ਾ ਵਿੱਚ ਕਿਸ ਤਰਫ ਨੂੰ ਰਬਾਬ ਲੱਭਣ ਜਾਵਾਂ। ਕਹੋ ਬੁਝਾਏ ਸੁਆਮੀ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਜਣਾ ਕੇ ਬੁਝਾ ਕੇ ਮੈਨੂੰ ਸਮਝਾ ਕੇ ਦੱਸ ਦਿਓ। ਕਹੋ ਕੀਨ ਲੋਕੀ ਸੁਧ ਹੈ। ਮਹਾਰਾਜ ਆਪ ਜੀ ਨੂੰ ਤਾਂ ਤਿੰਨਾਂ ਲੋਕਾਂ ਦੀ ਸੋਝੀ ਹੈ। ਗੜ ਅੰਤਰ ਜਾਮੀ। ਆਪ ਜੀ ਘਟ ਘਟ ਦੀ ਹਰ ਹਿਰਦੇ ਦੇ ਅੰਦਰ ਦੀ ਜਾਣਨ ਵਾਲੇ ਹੋ। ਹੋਰ ਮੈਂ ਜਾਦੋ ਮਰਦਾਨਾ।
ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਰਦਾਨੇ ਹੁਣ ਕਹਿੰਦੇ ਫਿਰ ਇਹ ਸੁਲਤਾਨਪੁਰ ਨਗਰ ਵਿੱਚ ਨਾ ਜਾਈਂ, ਅਵਲ ਸਨਾਨ ਸੁਧਾਰ ਹੋਰ ਕਿਸੇ ਜਗ੍ਹਾ ਚਲਿਆ ਜਾ। ਜੰਗਲ ਗ੍ਰਾਮ ਰੇਤ ਪੈ। ਕਹਿੰਦਾ ਮਹਾਰਾਜ ਕਿੱਧਰ ਜਾਵਾਂ? ਕਹਿੰਦੇ ਉਧਰ ਨੂੰ ਚਲਿਆ ਜਾ ਜਿੱਧਰ ਨੂੰ ਜੰਗਲ ਦੇਸ਼ ਹੈ। ਜੰਗਲ ਦੇਸ਼ ਕਹਿੰਦੇ ਸੀ ਮਾਲਵੇ ਨੂੰ। 10ਵੇਂ ਪਾਤਸ਼ਾਹ ਨੇ ਜੰਗਲ ਦੇਸ਼ ਦਾ ਨਾਮ ਬਦਲ ਕੇ ਮਾਲਵਾ ਰੱਖਿਆ, ਗੁਰੂ ਕਾ ਮਾਲਵਾ। ਕਹਿੰਦੇ ਭਾਈ ਆ ਮਾਲਵੇ ਵਾਲੀ ਤਰਫ ਜੰਗਲ ਦਾ ਇਲਾਕਾ ਜਿਹੜਾ ਜੰਗਲ ਦੇਸ਼ ਹੈ ਉਧਰਲੇ ਪਾਸੇ ਨੂੰ ਚਲੇ ਜਾ, ਉੱਥੇ ਇੱਕ ਪਿੰਡ ਹੈ ਜਾਏ ਖੋਜ ਤੁਮ ਪਾਲੋ। ਤੇ ਉੱਥੇ ਫੇਰੂ ਸ਼ਹਿਰ ਫੇਰੂ ਨਗਰ ਹੈ, ਉਹ ਲੱਭ ਕੇ ਉੱਥੇ ਕਹਿੰਦੇ ਜਾ ਕੇ ਰਬਾਬ ਭਾਲ। ਜੋਗ ਸਰਤਾ ਨਦਤਾਂ ਕੋ ਜਾਨੋ। 2 ਨਦੀਆਂ ਦੇ ਵਿਚਕਾਰ ਉਹ ਨਗਰ ਹੈ ਰਾਤ ਕੋ ਸੋ ਕਾਹੂ। ਔਰ ਕਿਸਾਨਾਂ ਦਾ ਜ਼ਿਮੀਂਦਾਰਾਂ ਦਾ ਨਗਰ ਹੈ ਉਹ। ਨਾਮ ਫਿਰੰਦਾ ਤਾਰ ਬਾਬੀ। ਤੇ ਉਸ ਨਗਰ ਦੇ ਵਿੱਚ ਇੱਕ ਰਬਾਬੀ ਹੈ ਜਿਹਦੇ ਕੋਲੇ ਰਬਾਬ ਹੈ, ਕੀਰਤਨ ਕਰਨ ਵਾਲਾ, ਉਹਦਾ ਨਾਮ ਫਰੰਦਾ ਹੈ। ਜਾਏ ਸੋ ਬੂਝੋ ਨਾਮ। ਜਾ ਕੇ ਨਗਰ ਦੇ ਵਿੱਚ ਲੋਕਾਂ ਤੋਂ ਪੁੱਛ ਲਈ ਉਹਦਾ ਨਾਂ ਲੈ ਕੇ ਕਿ ਘਰ ਕਿੱਥੇ ਹੈ। ਖੋਜ ਪਾਲੋ ਜਾਚੋ ਤਾਹੀ। ਉਹਨੂੰ ਜਦੋਂ ਕਹਿੰਦੇ ਲੱਭ ਲਓਗੇ ਤੁਸੀਂ ਤੇ ਉਹਦੇ ਕੋਲੋਂ ਫਿਰ ਮੰਗ ਲਿਓ ਰਬਾਬ। ਮੈਂ ਦੇ ਤੁਮ ਕੋ। ਕਹਿੰਦੇ ਜੇਕਰ ਉਹ ਫਿਰ ਵੀ ਤੈਨੂੰ ਨਾ ਦੇਵੇ ਨਾਨਕ ਭੇਜੋ ਨਿਕਟ ਤੁਹਾਰੇ। ਉਹਨੂੰ ਕਹਿ ਦਈ ਕਿ ਗੁਰੂ ਨਾਨਕ ਦੇਵ ਜੀ ਨੇ ਤੇਰੇ ਕੋਲ ਭੇਜਿਆ ਹੈ, ਜੈ ਆਕੇ ਹਮਕੋ। ਮੇਰਾ ਨਾਂ ਲੈ ਦਈ ਉਹਨਾਂ ਕੋਲੇ। ਹੈ ਮਰਦਾਨਾ ਸੁਨੋ ਪ੍ਰਭ ਜੀ। ਭਾਈ ਮਰਦਾਨਾ ਜੀ ਕਹਿਣ ਲੱਗੇ ਹੇ ਪ੍ਰਭੂ ਜੀ ਸੁਣੋ। ਬੋਲ ਹੋਏ ਜੇ ਪਸੂ। ਕਹਿੰਦਾ ਰਬਾਬ ਤਾਂ ਹੀ ਲਿਆਵਾਂ ਨਾ, ਐਡੀ ਦੂਰ ਜਾਣਾ ਜੇ ਮੇਰੇ ਕੋਲ ਪੈਸੇ ਹੋਣ ਮੁੱਲ ਹੋਵੇ। ਇਹ ਜਗ ਦੇ ਕਰਮਲੇ ਸੋ ਆਮੋ। ਉਹ ਪੈਸੇ ਦੇ ਕੇ ਉਹ ਮੁੱਲ ਦੇ ਕੇ ਫਿਰ ਮੈਂ ਰਬਾਬ ਲੈ ਆਵਾਂ। ਕੋ ਜਾਉ ਸੁਖ ਰਸੂ। ਪੁੰਨ ਨਾ ਜਾਊਂ ਸੁਖ ਰਾਸੂ। ਇਹ ਸੁੱਖਾਂ ਦੇ ਖਜ਼ਾਨੇ ਸਤਿਗੁਰੂ ਜੀ, ਜੇ ਮੈਂ ਪਹਿਲਾਂ ਦੇਖ ਕੇ ਆਇਆ ਫਿਰ ਮੈਨੂੰ ਦੁਬਾਰੇ ਗੇੜਾ ਲਾਉਣਾ ਪੈਣਾ, ਇਸ ਕਰਕੇ ਮੈਨੂੰ ਦੁਬਾਰਾ ਨਾ ਜਾਣਾ ਪਵੇ, ਪਹਿਲਾਂ ਹੀ ਮਾਇਆ ਬਖਸ਼ ਦਿਓ। ਦੋਹਰਾ ਜਾ ਸੁਭਾਵੇ ਪਾਸ ਦੇ। ਸਤਿਗੁਰੂ ਕਹਿਣ ਲੱਗੇ ਜਾਓ ਭੈਣ ਨਾਨਕੀ ਜੀ ਦੇ ਕੋਲ, ਕੀਮਤ ਜਿਤਨੀ ਹੋਏ। ਜਿੰਨੀ ਰਬਾਬ ਦੀ ਕੀਮਤ ਹੋਵੇਗੀ ਸੋ ਦੇ ਕਰ ਕਮਨੋ ਆਵੇ। ਉਹ ਲੈ ਕੇ ਹੁਣੇ ਹੀ ਕਹਿੰਦੇ ਚਲਿਆ ਜਾ ਭਾਈ ਮਰਦਾਨੇ। ਬੁਲੰਦ ਸਭ ਕੋਏ। ਹਾਂ ਦੇਰੀ ਨਾ ਕਰੀ, ਸਾਰੀ ਦੇਰੀ ਖੋ ਕੇ ਭਾਵ ਤੁਰਤੀ ਤੁਰ ਪੈ। ਦੋਈਆ ਚੰਦ ਮਰਦਾਨਾ ਤਤਕਾਲ ਸਦਾਇਓ। ਉਸ ਵੇਲੇ ਭਾਈ ਮਰਦਾਨਾ ਜੀ ਜਦ ਹੀ ਚੱਲ ਪਿਆ, ਭਇਓ ਨਾਨਕੀ ਧਾਮਾ। ਭੈਣ ਨਾਨਕੀ ਦੇ ਘਰ ਜਾ ਪਹੁੰਚਾ। ਭਇਓ ਨਗਰ ਸਭ ਖੋਜਿਓ ਆਵੀ। ਕਹਿਣ ਲੱਗਾ ਭੈਣ ਜੀ ਮੈਂ ਤਾਂ ਸਾਰੇ ਨਗਰ ਦੇ ਵਿੱਚ ਲੱਭ ਲਿਆ, ਢੂੰਡ ਲਿਆ, ਮਹਿਰ ਬਾਲ ਅਬਰਾਮਾ। ਪਰ ਸੋਹਣੀ ਚੰਗੀ ਰਬਾਬ ਸਾਨੂੰ ਇੱਥੋਂ ਮਿਲੀ ਨਹੀਂ ਕਿਤੋਂ। ਤੇਜ ਬਿਆਨ ਬ੍ਰਾਮ ਅਪਰਭ ਜੀ। ਹੁਣ ਪ੍ਰਭੂ ਜੀ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮੈਨੂੰ ਹੋਰ ਨਗਰ ਵਿਖੇ ਭੇਜਿਆ ਹੈ ਬੋਲ ਲੈਣ ਹੋ ਆਮੋ। ਤੇ ਰਬਾਬ ਦਾ ਮੁੱਲ ਲੈਣ ਵਾਸਤੇ, ਰੁਪਈਏ ਲੈਣ ਵਾਸਤੇ ਤੁਹਾਡੇ ਕੋਲ ਮੈਂ ਆਇਆ ਹਾਂ। ਸਬਦ ਰਜਤ ਬਣ ਜਾਗਲੇ ਜਬ। ਉਸ ਵੇਲੇ ਭੈਣ ਜੀ ਪੁੱਛਦੇ ਕਿੰਨੇ ਪੈਸੇ ਚਾਹੀਦੇ ਆ, ਤੇ ਭਾਈ ਮਰਦਾਨੇ ਜੀ ਨੇ 7 ਰੁਪਈਏ ਚਾਂਦੀ ਦੇ ਮੰਗ ਕੇ ਭੈਣ ਤੋਂ ਲੈ ਲਏ ਪੂਰਨ ਕਹਿ ਧਾਇਓ। ਤੇ ਉਸ ਜਗ੍ਹਾ ਤੋਂ ਜਲਦੀ ਚੱਲ ਪਿਆ। ਬਾਸਰਤੈ ਪਹੁੰਚੋ ਜਾਈ। ਇਹ ਸਾਧ ਸੰਗਤ ਜੀ ਫਿਰ ਭਾਈ ਮਰਦਾਨਾ 3 ਦਿਨਾਂ ਦੇ ਵਿੱਚ ਉਸ ਫੇਰੂ ਨਗਰ ਵਿੱਚ ਜਾ ਪਹੁੰਚਿਆ। ਭੋਜਨ ਭੋਜਨ ਨਰਕ। ਲੋਕਾਂ ਨੂੰ ਪੁੱਛਦਾ ਹੈ ਵੀ ਇੱਥੇ ਫਰੰਦਾ ਕਿੱਥੇ ਰਹਿੰਦਾ ਹੈ, ਇਉਂ ਪੁੱਛਦਾ ਪੁੱਛਦਾ ਲੱਭ ਰਿਹਾ ਹੈ। ਜੋਗ ਬਾਸਰਤੈ ਭੋਜਨ ਫਰਿਓ। 2 ਦਿਨਾਂ ਤੱਕ ਉੱਥੇ ਲੱਭਦਾ ਫਿਰਿਆ, ਉਹ ਨਾ ਬਤਾਵੇਂ ਘਰ ਕੋ। ਪਰ ਕੋਈ ਵੀ ਘਰ ਨਹੀਂ ਦੱਸਦਾ ਫਰੰਦੇ ਦਾ ਘਰ ਕਿੱਥੇ ਹੈ। ਸੰਤੋ ਵਿਆਕੁਲ ਭਇਓ ਦਾਸੂ। ਬੜਾ ਭਾਈ ਮਰਦਾਨਾ ਥੱਕ ਗਿਆ ਤੇ ਵਿਆਕੁਲ ਦੁਖੀ ਹੋ ਗਿਆ, ਆਨੰਦੋ ਤਿਆਰੀ। ਤੇ ਫਿਰ ਵਾਪਸ ਆਉਣ ਦੀ ਤਿਆਰੀ ਕਰ ਲਈ ਵੀ ਮੈਨੂੰ ਨਹੀਂ ਲੱਭਣਾ, ਮੈਂ ਤਾਂ ਸਤਿਗੁਰੂ ਜੀ ਕੋਲ ਵਾਪਸ ਹੀ ਚਲਿਆ ਜਾਂਦਾ ਹਾਂ। ਬੈਸਤ ਭਇਓ ਮੀਰੋ ਸ਼ਾਹੀ। ਤੇ ਇੱਕ ਦਰਖਤ ਦੀ ਛਾਂ ਦੇ ਹੇਠਾਂ ਬਾਹਰ ਆ ਬੈਠਾ ਨਗਰ ਤੋਂ, ਫਿਕਰਮੰਦ ਹੋਏ ਭਾਰੀ। ਬਹੁਤ ਫਿਕਰਮੰਦ ਹੋ ਕੇ ਮਨ ਵਿੱਚ। ਪਾਵਨ ਨਾਮ ਕਿਤ ਦੇ ਕਮਾਇਓ। ਇੰਨੇ ਨੂੰ ਇੱਕ ਮਨੁੱਖ ਆਇਆ, ਉਹ ਪੁੱਛਦਾ ਕਹਿੰਦਾ ਭਾਈ ਕੀ ਤੇਰਾ ਨਾਂ, ਕਿੱਥੋਂ ਆਇਆ ਤੂੰ? ਬੋਲਿਓ ਇੱਕ ਨਰ ਆਈ। ਇੱਕ ਮਨੁੱਖ ਨੇ ਆ ਕੇ ਭਾਈ ਮਰਦਾਨੇ ਤੋਂ ਪੁੱਛਿਆ, ਬੋਲ ਜਾਉ ਕੇ ਕੋ ਕਿਆ ਕਾਜਾ। ਕਹਿੰਦਾ ਕਿਹਨੂੰ ਲੱਭਦਾ ਫਿਰਦਾ, ਤੈਨੂੰ ਕੀ ਕੰਮ ਹੈ? ਅੰਬੋ ਦਿਓ ਸੁਨਾਈ। ਮੈਨੂੰ ਸੁਣਾ ਦੇ ਬੋਲ ਕੇ, ਚਿੰਤਾ ਦਰਦ ਸਹਿਤ ਤੁਮਾਰੀ। ਕਿਉਂਕਿ ਤੂੰ ਬੜਾ ਚਿੰਤਾ ਵਿੱਚ ਲੱਗਦਾ, ਤੇਰੇ ਮਨ ਵਿੱਚ ਬਹੁਤ ਫਿਕਰ ਹੈ। ਜੀਵ ਤੋਏ ਲਿਲਾਰਾ। ਤੇਰੇ ਮੱਥੇ ਨੂੰ, ਤੇਰੇ ਚਿਹਰੇ ਨੂੰ ਦੇਖ ਕੇ ਪਤਾ ਲੱਗਦਾ ਵੀ ਤੂੰ ਬਹੁਤ ਫਿਕਰਮੰਦ ਹੈ। ਕਰੋ ਮਰਤੋਂ ਆਪਣਾ ਪ੍ਰਗਟੇ।
ਜਿਹੜਾ ਵੀ ਤੇਰੇ ਮਨ ਦਾ ਫੁਰਨ ਹੈ ਉਹ ਪ੍ਰਗਟ ਕਰ ਦੇ, ਸਾਹਮਣੇ ਬੋਲ ਕੇ ਦੱਸ। ਫੁਰਨ ਨਿਧਾਨ ਕਰ ਤੇ ਬਾਕੀ ਕਹਿੰਦੇ ਦੱਸ ਵੀ ਤੂੰ ਕਿਹੜੀ ਜਗ੍ਹਾ ਤੋਂ ਆਇਆ ਹੈ, ਕਿੱਥੇ ਤੇਰਾ ਘਰ ਹੈ। ਤੋਰਾ ਮਰਦਾਨੇ ਪੁਰ ਤ੍ਰਿਤ ਭਈ ਉਸ ਵੇਲੇ ਸੁਣ ਕੇ ਭਾਈ ਮਰਦਾਨੇ ਦੇ ਹਿਰਦੇ ਵਿੱਚ ਹੌਸਲਾ ਹੋ ਗਿਆ। ਬਚਨ ਸੁਨੇ ਬਿਰਧ ਸਾਰ ਜਦੋਂ ਮਿੱਠੇ ਵਚਨ ਬੜੇ ਸੁਣੇ, ਅਰਮਾਨ ਹੋਏ ਕਰਤ ਬੈ ਉਸ ਵੇਲੇ ਖੁਸ਼ ਹੋ ਕੇ ਤੇਰੇ ਵਚਨ ਵਿਚਾਰ ਕਰਕੇ ਭਾਈ ਮਰਦਾਨੇ ਨੇ ਵਚਨ ਬੋਲੇ। ਹੋਈਆ ਚੰਦ ਵਚਨ ਰਾਏ ਹੋਏ ਤਲਵੰਡੀ ਕਹਿਣ ਲੱਗਾ ਜੀ ਮੇਰਾ ਨਗਰ ਰਾਏ ਭੋਏ ਦੀ ਤਲਵੰਡੀ ਹੈ, ਜਾਨ ਮਰਦਾਨਾ ਮੇਰਾ ਨਾਮ ਮਰਦਾਨਾ ਜਾਣ ਲਓ। ਏਕ ਬਰੰਦਾ ਹੈ ਰਬਾਬੀ ਤੁਹਾਡੇ ਆ ਨਗਰ ਵਿੱਚ ਇੱਕ ਜਿਹੜਾ ਰਬਾਬੀ ਫਰੰਦਾ ਨਾਮ ਦਾ ਹੈ। ਜੋਤ ਸੈ ਸੁਜਾਨਾ ਸੋ ਇਹ ਸਿਆਣੇ ਬੰਦੇ, ਮੈਂ ਤਾਂ ਉਸ ਫਰੰਦੇ ਨੂੰ ਇਸ ਨਗਰ ਵਿੱਚ ਲੱਭ ਰਿਹਾ ਹਾਂ। ਨਾਨਕ ਵੇਦੀ ਭੇਜੋ ਤੇ ਢਗ ਮੈਨੂੰ ਵੇਦੀਆਂ ਦੀ ਕੁਲ ਦੇ ਵਿੱਚ ਪੈਦਾ ਹੋਏ ਸਤਿਗੁਰੂ ਨਾਨਕ ਦੇਵ ਜੀ ਨੇ ਫਰੰਦੇ ਕੋਲ ਭੇਜਿਆ ਹੈ। ਏਨ ਰਬਾਬ ਰਜ਼ਾਈ ਉਹਨਾਂ ਦੀ ਆਗਿਆ ਮੰਨ ਕੇ ਮੈਂ ਰਬਾਬ ਲੈਣ ਆਇਆ ਹਾਂ, ਉਹ ਜੋ ਸੋਗੋ ਹਾਥ ਨ ਆਵੇ ਪਰ ਮੈਂ ਬਹੁਤ ਲੱਭਿਆ, ਮੇਰੇ ਤਾਂ ਹੱਥ ਨਹੀਂ ਆਇਆ, ਮੈਨੂੰ ਲੱਭੇ ਹੀ ਨਹੀਂ ਫਰੰਦਾ ਕਿਤੋਂ। ਯਾ ਦੇ ਮਨ ਬਿਗੜਾਈ ਇਸ ਕਰਕੇ ਮੇਰਾ ਮਨ ਬੜਾ ਦੁਖੀ ਵਿਆਕਲ ਹੈ। ਨਾਮ ਬਰੰਦਾ ਹਮਰਾ ਜਾਨੋ ਉਸ ਵੇਲੇ ਉਹ ਮਨੁੱਖ ਕਹਿਣ ਲੱਗਾ ਵੀ ਫਰੰਦਾ ਨਾਮ ਤਾਂ ਮੇਰਾ ਹੀ ਜਾਣ ਲੈ, ਮੈਂ ਹੀ ਫਰੰਦਾ ਹਾਂ ਪਰਵੇ ਮੂਲ ਪਾਸਾ ਔਰ ਮੇਰੇ ਕੋਲ ਹੀ ਤੈਨੂੰ ਭੇਜਿਆ ਹੈ। ਤੇ ਰਬਾਬ ਜਾਓ ਅਵ ਤੈਂਕੋ ਕਹਿਣ ਲੱਗਾ ਵੀ ਮੇਰੇ ਤੋਂ ਤੂੰ ਰਬਾਬ ਲੈ ਜਾ ਤੇ ਜਾ ਕੇ ਉਹਨਾਂ ਨੂੰ ਜੈ ਮਇਆ ਅਵਾਸਾ ਉਹਨਾਂ ਨੂੰ ਦੇ ਦੇ ਜਿੱਥੇ ਕਿਰਪਾ ਦੇ ਘਰ ਸਤਿਗੁਰੂ ਨਾਨਕ ਜੀ ਹਨ। ਭਵ ਸਾਗਰ ਤੇ ਲੜਕੋ ਤਾਰਨ ਕਿਉਂਕਿ ਸੰਸਾਰ ਸਮੁੰਦਰ ਤੋਂ ਬਹੁਤ ਸਾਰੇ ਮਨੁੱਖਾਂ ਨੂੰ ਤਾਰਨ ਲਈ ਧਾਰਿਓ ਸੁਬੈ ਸਰੂਪਾ ਸੋਤੇ ਸਿੱਧੀ ਉਹਨਾਂ ਨੇ ਗੁਰੂ ਨਾਨਕ ਸਰੂਪ ਵਾਹਿਗੁਰੂ ਨੇ ਧਾਰਨ ਕੀਤਾ ਹੈ। ਅਸਗਤ ਬਤਨੇ ਬਦ ਕਰ ਇਸ ਪ੍ਰਕਾਰ ਦੇ ਬਚਨ ਮੁਖੋਂ ਬੋਲ ਕੇ ਆਨਿਓ ਸੁਆਗਰ ਰਬਾਬ ਰੂਪਾ ਤੇ ਉਸ ਵੇਲੇ ਬੜੀ ਸੋਹਣੀ ਸੁੰਦਰ ਉਪਮਾ ਤੋਂ ਰਹਿਤ ਰਬਾਬ ਭਾਈ ਫਰੰਦਾ ਲੈ ਆਇਆ। ਔਰ ਅਚਰਜ ਵੈ ਅੰਧਕਾਰ ਭਾਈ ਮਰਦਾਨਾ ਜੀ ਹਿਰਦੇ ਵਿੱਚ ਬੜਾ ਹੈਰਾਨ ਹੁੰਦਾ ਤੇ ਖੁਸ਼ ਵੀ ਹੈ। ਮਰਦਾਨੇ ਕੇ ਕਾਲ ਉਸ ਵੇਲੇ ਭਾਈ ਮਰਦਾਨੇ ਨੇ ਪੁੱਛਿਆ, ਕਿਤ ਤੇਰੀ ਨਨਕਾ ਸੁਜੈ ਕਹਿੰਦਾ ਵੀ ਇਹ ਕਿੱਥੋਂ ਕੱਢ ਲਿਆਂਦੀ ਰਬਾਬ। ਲੈ ਜਾਣੀ ਤੇ ਚਾਲ ਕਹਿਣ ਲੱਗਾ ਮੈਂ ਇਹ ਚਾਲ ਜੀ ਨਹੀਂ ਜਾਣਿਆ, ਇਹ ਗਤੀ ਨੂੰ ਜਾਣ ਨਹੀਂ ਸਕਿਆ ਵੀ ਇਹਨੇ ਕਿੱਥੋਂ ਲੈ ਆਂਦੀ ਹੈ ਫਰੰਦੇ ਨੇ ਰਬਾਬ। ਹੋਈਆ ਚੰਦ ਅਦਭੁਤ ਜੇ ਕਪੀ ਕਿਸਮਤਿਓ ਕਿਉਂ ਅਚਰਜ ਜਾ ਹੋ ਕੇ ਦੇਖ ਕੇ ਬੜਾ ਖੁਸ਼ ਹੋਇਆ। ਕਵ ਮੋਲ ਜੋ ਕਹਿਣ ਲੱਗਾ ਵੀ ਦੱਸੋ ਇਹਦਾ ਮੁੱਲ ਕੀ ਹੈ, ਕੀਮਤ ਕੀ ਹੈ। ਐਸੀ ਸੰਭੋ ਔਰ ਨਾ ਦੇਖਿਓ ਭਾਈ ਮਰਦਾਨਾ ਜੀ ਕਹਿੰਦੇ ਇਹੋ ਜੀ ਰਬਾਬ ਤਾਂ ਕਹਿੰਦੇ ਇਹਦੇ ਵਰਗੀ ਮੈਂ ਕਦੇ ਕਿਤੇ ਦੇਖੀ ਨਹੀਂ। ਮੇਰੋ ਮੋਲ ਕੈਸੋ ਜਿੰਨਾ ਇਹਦਾ ਮੁੱਲ ਹੈ ਕਹਿ ਕੇ ਲੈ ਲੈ। ਨਹੀਂ ਮੋਲ ਇਸ ਕੋ ਤੁਮ ਪਾਈ ਉਸ ਵੇਲੇ ਫਰੰਦਾ ਕਹਿੰਦਾ ਵੀ ਭਾਈ ਮਰਦਾਨੇ ਤੇਰੇ ਕੋਲ ਇਹਦਾ ਮੁੱਲ ਨਹੀਂ ਹੈ। ਐਸੇ ਕੈਸ ਕਰੰਦਾ ਇਉਂ ਭਾਈ ਫਰੰਦੇ ਨੇ ਆਖਿਆ। ਪੁਨਹ ਮਨੈ ਲੈਨੋ ਪੀਨਾਈ ਬਾਕੀ ਦੂਜੀ ਗੱਲ ਇਹ ਵੀ ਹੈ ਵੀ ਅਸੀਂ ਇਹ ਰਬਾਬ ਦਾ ਮੁੱਲ ਲੈਣਾ ਵੀ ਨਹੀਂ, ਸ੍ਰੀ ਅਵਤਾਰ ਮੁਕੰਦਾ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੰਗਾਈ ਹੈ ਜਿਹੜੇ ਮੁਕਤੀ ਦੇ ਦਾਤੇ ਅਵਤਾਰ ਹਨ। ਮਰਦਾਨਾ ਮਨ ਹੋਏ ਹੈਰਾਨਾ ਭਾਈ ਮਰਦਾਨਾ ਮਨ ਵਿੱਚ ਬੜਾ ਹੈਰਾਨ ਹੋਇਆ। ਤੇ ਪ੍ਰਤ ਐਸੇ ਉਸ ਨੂੰ ਫਰੰਦੇ ਨੂੰ ਪੁੱਛਣ ਲੱਗਿਆ ਇਸ ਤਰ੍ਹਾਂ, ਇਹ ਰਬਾਬ ਤੁਮ ਕਿਤ ਬਿਦ ਦੀਨੋ ਕਹਿੰਦਾ ਬਈ ਜੇ ਤੂੰ ਮੁੱਲ ਨਹੀਂ ਵੇਚਣੀ, ਇੰਨੀ ਸੋਹਣੀ ਰਬਾਬ ਹੈ, ਫਿਰ ਕਿਹੜੇ ਤਰੀਕੇ ਦੇ ਰਿਹਾ ਹੈ ਬੋਲ ਨ ਲੈਮੂ ਕੈਸੇ ਤੇ ਮੁੱਲ ਨਹੀਂ ਲੈ ਰਿਹਾ, ਕਿਉਂ ਨਹੀਂ ਲੈ ਰਿਹਾ ਮੁੱਲ ਇਹਦਾ। ਸਾਗਰ ਤਾਂਦ ਭਨੀਜੈ ਆਪਣਾ ਇਹ ਸਾਰਾ ਹਾਲ ਕਹਿੰਦਾ ਆਪਣਾ ਮੈਨੂੰ ਦੱਸ, ਉਹ ਸੰਸੈ ਅਮਰਾ ਤਾਂ ਕਿ ਮੇਰੇ ਮਨ ਦਾ ਜਿਹੜਾ ਸ਼ੰਕਾ ਦੂਰ ਹੋ ਜਾਵੇ। ਸ਼ੁਭ ਸੁਭਾਏ ਸ਼ੁਭ ਦੇਵ ਤੇਰਾ ਸੁਭਾਅ ਬੜਾ ਚੰਗਾ ਹੈ ਤੇ ਤੇਰਾ ਭੇਖ ਜਿਹੜਾ ਵਸਤਰ ਬੜੇ ਸੋਹਣੇ ਧਾਰਨ ਕੀਤੇ ਹਨ ਤੂੰ, ਮਦਰ ਬਚਨ ਬਚ ਭੇਦ ਨ ਜਾਣੋ ਤੁਮਰਾ ਤੇ ਤੇਰੇ ਬਚਨ ਜਿਹੜੇ ਉਹ ਵੀ ਬੜੇ ਮਿੱਠੇ ਬੋਲੇ ਆ। ਤੂੰ ਬੜਾ ਸੁੰਦਰ ਆ ਕੇ ਮੇਰੇ ਨਾਲ ਢੰਗ ਦੇ ਨਾਲ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਆ। ਇਹ ਮੈਨੂੰ ਸਾਰਾ ਕੁਝ ਤੂੰ ਦੱਸ ਦੇ, ਤੇਰਾ ਭੇਦ ਮੈਂ ਜਾਣਿਆ ਨਹੀਂ। ਪੰਤ ਬਰੰਦਾ ਬ੍ਰਿਤ ਮੰਡਲ ਕੋ ਉਸ ਵੇਲੇ ਭਾਈ ਫਰੰਦਾ ਕਹਿਣ ਲੱਗਾ ਕਿ ਭਾਈ ਇਹ ਜਿਹੜੀ ਰਬਾਬ ਆ ਨਾ, ਇਹ ਇਸ ਮ੍ਰਿਤੂ ਮੰਡਲ ਦੀ ਨਹੀਂ, ਇਹ ਲੋਕ ਦੀ ਨਹੀਂ ਹੈ ਔਰ ਨਾ ਹੀ ਮੈਂ ਇਸ ਲੋਕ ਦਾ ਰਹਿਣ ਵਾਲਾ ਹਾਂ। ਇਹ ਰਬਾਬ ਨ ਰਖੀਏ ਇਹ ਰਬਾਬ ਨੂੰ ਇਹ ਨਾ ਜਾਣ ਵੀ ਇਸ ਧਰਤੀ ਦੀ ਬਣੀ ਹੋਈ ਹੈ, ਇਹ ਤਾਂ ਦੇਵਲੋਕ ਵਿੱਚੋਂ ਆਈ ਹੈ। ਅੰਦਰ ਸੋ ਨਹੀਂ ਬਜਾਵੋ ਸੋ
ਕਹਿੰਦੇ ਇਹ ਰਬਾਬ ਤੈਨੂੰ ਦੇ ਦਿੱਤੀ ਆ ਮੈਂ, ਪਰ ਇੱਕ ਗੱਲ ਚੇਤੇ ਰੱਖੀ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾਂ ਇਹ ਰਬਾਬ ਕਿਸੇ ਹੋਰ ਅੱਗੇ ਨਾ ਵਜਾਈ ਕਦੇ। ਸ੍ਰੀ ਨਾਨਕ ਜੈ ਕਹੀਏ। ਜਿੱਥੇ ਸਤਿਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਕਰੇਗਾ ਉੱਥੇ ਹੀ ਵਜਾਈ ਇਹਨੂੰ। ਤਾਂ ਬਜਾਵੋ ਚਲ ਮਰਦਾਨਾ। ਤੇ ਚੱਲ ਮਰਦਾਨਿਆਂ ਉੱਥੇ ਜਾ ਕੇ ਵਜਾ ਹੁਣ ਇਹ ਰਬਾਬ ਨੂੰ। ਸੰਗ ਚਲੋ ਮੈਂ ਤੇਰੇ। ਮੈਂ ਵੀ ਤੇਰੇ ਨਾਲ ਸਤਿਗੁਰੂ ਦੇ ਦਰਸ਼ਨ ਕਰਨ ਚੱਲਦਾ ਹਾਂ। ਪਾਦ ਸਤਿਗੁਰੂ ਕੋ ਦਰਸ਼ਨ ਕਰਮੋ। ਮੈਂ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਦਰਸ਼ਨ ਕਰਾਂਗਾ। ਹਿਰਦੇ ਆਲਸਾਨੇ। ਇਹ ਮੇਰੇ ਮਨ ਦੀ ਇੱਛਾ ਹੈ। ਗੁਰ ਗੁਰ ਹਰਿ ਵਿਸਾਲਾ। ਦੋਵੇਂ ਬੜੇ ਖੁਸ਼ ਹੋ ਕੇ ਚੱਲ ਪਏ। ਪਹੁੰਚੇ ਜਾਂ ਕਿਰਪਾਲਾ। ਜਾ ਪਹੁੰਚੇ ਜਿੱਥੇ ਸਤਿਗੁਰੂ ਕਿਰਪਾਲੂ ਸਤਿਗੁਰੂ ਨਾਨਕ ਦੇਵ ਜੀ ਬੈਠੇ ਹਨ। ਪਦ ਅਰਜਿੰਦ ਆਨੰਦ ਕੰਦ ਪੇ। ਮੁਕਤੀ ਦੇ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਆਨੰਦ ਬਖਸ਼ਣ ਵਾਲੇ ਆ, ਉਹਨਾਂ ਦੇ ਕਮਲਾਂ ਵਰਗੇ ਚਰਨਾਂ ਨੂੰ ਪਰਸਿਆ ਮੱਥਾ ਟੇਕਿਆ। ਪਰਸੇ ਧਰ ਭਾਲਾ। ਸਤਿਗੁਰੂ ਜੀ ਦੇ ਚਰਨਾਂ ਉੱਤੇ ਧਰਤੀ ਦੇ ਉੱਤੇ ਮੱਥਾ ਰੱਖ ਕੇ ਮੱਥਾ ਟੇਕਿਆ ਇਹਨਾਂ ਨੇ। ਨੌਵੇਂ ਦਿਨ ਆਇਓ ਮਰਦਾਨਾ। ਭਾਈ ਮਰਦਾਨਾ ਜੀ 9ਵੇਂ ਦਿਨ ਸਤਿਗੁਰੂ ਜੀ ਕੋਲੇ ਵਾਪਸ ਆਇਆ। ਹਰਿਓ ਰਬਾਬ ਗਾਰੀ। ਸਤਿਗੁਰੂ ਜੀ ਦੇ ਅੱਗੇ ਲਿਆ ਕੇ ਰਬਾਬ ਰੱਖ ਦਿੱਤੀ। ਕਮਲ ਬਦਨ ਤੇ ਬਚਨ ਕਰੰਦਾ। ਤੇ ਸੋਹਣੇ ਕਮਲ ਵਰਗੇ ਮੁਖੜੇ ਤੋਂ ਭਾਈ ਮਰਦਾਨਾ ਬਚਨ ਕਰਦਾ ਹੈ। ਬੋਲੇ ਸ੍ਰੀ ਗੰਬਾਰੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਬੋਲੇ। ਬਾਉਨੀ ਗਰਮਦ ਗਾਈ ਤੈਵਾ। ਦੰਭ ਨੂੰ ਪਖੰਡ ਨੂੰ ਕੱਟਣ ਵਾਲੇ ਸਤਿਗੁਰੂ ਜੀ ਬੋਲ ਕੇ ਪੁੱਛਦੇ ਆ, ਕਹਿੰਦੇ ਭਾਈ ਮਰਦਾਨੇ ਬੜੇ ਦਿਨ ਲਾ ਆਇਆ ਹੈ। ਕਈ ਬਾਤ ਤੋਂ ਪੈਸੇ। ਕਹਿੰਦੇ ਕਿਹੜੀ ਗੱਲ ਹੋ ਗਈ ਵੀ ਇੰਨਾ ਲੇਟ ਹੋ ਗਿਆ, ਤੂੰ ਇੰਨੇ ਦਿਨ ਲਾ ਆਇਆ। ਸਾਡੀ ਭੇਵ ਨਾ ਜਾਣਿਓ ਜਾਈ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਭੇਦ ਜਾਣਿਆ ਨਹੀਂ ਜਾਂਦਾ। ਆਉ ਬਚਨ ਮੈਂ ਕੈਸੇ। ਮਹਾਰਾਜ ਫਿਰ ਮੈਂ ਕੀ ਬਚਨ ਆਖਾਂ ਤੁਹਾਡੇ ਸਾਹਮਣੇ। ਆਪ ਖੁਦਾਏ ਧਰਤੇ ਅਵਤਰਿਓ। ਆਪ ਤਾਂ ਖੁਦਾ ਹੋ ਤੇ ਅਵਤਾਰ ਧਾਰਨ ਕੀਤਾ ਹੈ। ਜੇਤ ਚਲਤਾ। ਤੇ ਮਹਾਰਾਜ ਮੈਂ ਤਾਂ ਹੈਰਾਨ ਹੋ ਕੇ ਤੁਹਾਡੇ ਅਚਰਜ ਕੌਤਕਾਂ ਨੂੰ ਦੇਖਦਾ ਹਾਂ। ਗਇਓ ਬ੍ਰਾਹਮਣ ਤੁਮ ਜੋ ਬਤਾਇਓ। ਮਹਾਰਾਜ ਜਿਹੜਾ ਪਿੰਡ ਫੇਰੂ ਪਿੰਡ ਤੁਸੀਂ ਦੱਸਿਆ ਸੀ, ਮੈਂ ਉਹ ਪਿੰਡ ਵਿੱਚ ਜਦੋਂ ਗਿਆ, ਗਇਓ ਵਿਆਕੁਲ ਫਿਰਦਾ। ਮੈਂ ਉੱਥੇ ਤੁਰਦਾ ਫਿਰਦਾ ਬੜਾ ਵਿਆਕੁਲ ਹੋ ਗਿਆ, ਦੁਖੀ ਹੋ ਗਿਆ। ਜੋਗ ਗਵਾ ਪਾਸਰਮੈ ਗ੍ਰਾਮ ਖੋਜ ਕੈ। 2 ਦਿਨਾਂ ਤੱਕ ਮਹਾਰਾਜ ਮੈਂ ਸਾਰੇ ਨਗਰ ਵਿੱਚ ਫਰੰਦੇ ਨੂੰ ਤੇ ਇਹਦੇ ਘਰ ਨੂੰ ਲੱਭਦਾ ਰਿਹਾ। ਅਨੰਦੋ ਤਿਆਜੂ। ਮਹਾਰਾਜ ਮੈਂ ਤਾਂ ਵਾਪਸ ਆਉਣ ਨੂੰ ਤਿਆਰ ਹੋ ਗਿਆ ਸੀ ਵੀ ਮੈਨੂੰ ਨਹੀਂ ਲੱਭਣਾ। ਆਏ ਸੰਤ ਦੇ ਸੰਗ ਜੋ ਮੇਰੇ। ਤੇ ਮਹਾਰਾਜ ਇਹ ਜਿਹੜਾ ਸੰਤ ਮੇਰੇ ਨਾਲ ਆਇਆ ਹੈ, ਦੀਨ ਬਾਬੈ ਚਾਲੂ। ਇਹਨੇ ਫਰੰਦੇ ਨੇ ਮੈਨੂੰ ਇਹ ਸੋਹਣੀ ਰਬਾਬ ਦੇ ਦਿੱਤੀ। ਫਿਰ ਦੀਨ ਦਿਨ ਸੁਨੈ ਪਹੁੰਚੋ ਜਾਈ। 3 ਦਿਨਾਂ ਵਿੱਚ ਤਾਂ ਮਹਾਰਾਜ ਮੈਂ ਫੇਰੂ ਨਗਰ ਦੇ ਵਿੱਚ ਪਹੁੰਚਿਆ ਸੀ। ਦੀਨ ਦਿਵਸ ਤੈ ਬੀਤੇ। 3 ਦਿਨ ਉੱਥੇ ਬਤੀਤ ਹੋ ਗਏ ਸਨ। ਦੀਨ ਦਿਵਸ ਮੈਂ ਮੁੜ ਕਰ ਆਇਓ। ਤੇ 3 ਦਿਨਾਂ ਦੇ ਵਿੱਚ ਹੀ ਮਹਾਰਾਜ ਮੈਂ ਉਸੇ ਰਸਤੇ ਫਿਰ ਮੁੜ ਕੇ ਤੁਹਾਡੇ ਕੋਲ ਪਹੁੰਚਿਆ ਹਾਂ। ਬਿਰਮਲ ਕੀ ਇਸ ਰੀਤੇ। ਮਹਾਰਾਜ ਇਸ ਤਰੀਕੇ ਦੇ ਨਾਲ ਇਸ ਰੀਤੀ ਨਾਲ ਮੈਨੂੰ ਦੇਰ ਹੋ ਗਈ। ਆਦ ਬੰਦ ਕਰ ਬਚਨ ਫਿਰੰਦਾ। ਉਸ ਵੇਲੇ ਭਾਈ ਫਰੰਦੇ ਨੇ ਹੱਥ ਬੰਨ੍ਹ ਕੇ ਵਚਨ ਕੀਤੇ। ਆਨੰਦ ਕੰਦ ਸੁਨੀਜੈ। ਆਨੰਦ ਦੇ ਦਾਤੇ ਸਤਿਗੁਰੂ ਜੀ ਸੁਣੋ। ਬਦੋ ਬਚਾਵਨ ਢੇਰ ਬਾਤ ਕਰ। ਮਹਾਰਾਜ ਇਹ ਰਬਾਬ ਮੈਂ ਆਪ ਜੀ ਦੇ ਕੋਲ ਪਹੁੰਚਾਉਣੀ ਸੀ, ਕਿਰਪਾ ਸਿੰਧ ਜਲੀਜੈ। ਉਹ ਮੈਂ ਲੈ ਆਇਆ। ਮਹਾਰਾਜ ਕਿਰਪਾ ਦੇ ਸਾਗਰ ਇਹ ਲੈ ਲਓ, ਪ੍ਰਵਾਨ ਕਰੋ। ਦਰਸ਼ਨ ਕੀ ਲਾਲਸੀ ਮੁਕਤ। ਮੇਰੇ ਮਨ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਬਹੁਤ ਲਾਲਸਾ ਸੀ। ਅਰਦ ਦਰਸ ਦਰਸਾਇਓ। ਤੇ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਮੈਂ ਬੜਾ ਖੁਸ਼ ਹੋਇਆ, ਪ੍ਰਸੰਨ ਹੋ ਗਿਆ ਹਾਂ। ਸਬਦ ਜਾਨੋ ਅੰਤਰ ਜਾਮੀ। ਤੇ ਬਾਕੀ ਦੀਆਂ ਗੱਲਾਂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਅੰਤਰਜਾਮੀ ਹੋ, ਮੈਂ ਕੌਣ ਆ ਕਿੱਥੋਂ ਆਇਆ ਇਹ ਤੁਸੀਂ ਜਾਣਦੇ ਹੀ ਹੋ। ਇਹ ਵਿਦ ਕਹਿ ਤੁ ਸਿਧਾਇਓ। ਇਹ ਕਹਿ ਕੇ ਭਾਈ ਫਰੰਦਾ ਵਾਪਸ ਮੁੜ ਆਇਆ। ਵਿਦਾ ਕਰਨ ਕਰਨੇ ਮਰਦਾਨਾ। ਉਸ ਵੇਲੇ ਵਿਦਾਇਗੀ ਦੇਣ ਵਾਸਤੇ ਭਾਈ ਮਰਦਾਨਾ ਸਤਿਕਾਰ ਵਜੋਂ ਭਾਈ ਫਰੰਦੇ ਦੇ ਨਾਲ ਤੁਰ ਪਿਆ। ਭਾਈ ਉਦਰ ਸੰਸੋ। ਪਰ ਕੀ ਦੇਖਦਾ, ਦੇਖਦਿਆਂ ਦੇਖਦੇ ਹੀ ਜਿਹੜਾ ਫਰੰਦਾ ਅਲੋਪ ਹੋ ਗਿਆ। ਕਿਤ ਕੋ ਗਇਓ ਨ ਜਾਣੋ ਦੇਸ਼ਨਾ। ਉਸ ਪਲ ਭਾਈ ਮਰਦਾਨੇ ਨੂੰ ਪਤਾ ਨਾ ਲੱਗਿਆ ਵੀ ਫਰੰਦਾ ਕਿੱਧਰ ਗਿਆ। ਏਕ ਦਿਸਮੈ ਹੋ। ਦੇਖ ਕੇ ਬੜਾ ਹੈਰਾਨ ਜਾ ਹੋ ਗਿਆ। ਵਿਚਾਰ ਕਰਦ ਪਾਪ ਹੋਵੇ। ਹਿਰਦੇ ਵਿੱਚ ਬਹੁਤ ਤਰੀਕਿਆਂ ਨਾਲ ਵਿਚਾਰਾਂ ਕਰਦਾ ਭਾਈ ਮਰਦਾਨਾ। ਭਾਇਓ ਨੈਣ ਮਹੀਨਾ। ਕਹਿਣ ਲੱਗਾ ਵੀ ਮੈਨੂੰ ਦ੍ਰਿਸ਼ਟੀ ਨਹੀਂ ਆਇਆ, ਕਿੱਧਰ ਅੱਖਾਂ ਤੋਂ ਓਹਲੇ ਹੋ ਗਿਆ। ਜਾਂ ਭਇਓ ਨਾ ਨੈਣ ਵਿਹੀਨਾ, ਕਹਿੰਦਾ ਮੈਂ ਕਿਤੇ ਨੇਤਰਾਂ ਤੋਂ ਅੰਨਾ ਤਾਂ ਨਹੀਂ ਹੋ ਗਿਆ, ਮੈਨੂੰ ਦਿਖਾਈ ਤਾਂ ਨਹੀਂ ਦੇਣੋਂ ਹਟ ਗਿਆ। ਮੋਟੇ ਤੇ ਸੁਰ ਸ਼ਰ ਸੁਰਛਾ ਕਰਗਾ। ਆ ਮੇਰੇ ਨੇੜੇ ਹੀ ਕਹਿੰਦੇ
ਸਾਹਮਣੇ ਹੀ ਪਤਾ ਨਹੀਂ ਕਹਿੰਦੇ ਕਿੱਧਰ ਅਲੋਪ ਹੋ ਗਿਆ। ਭੇਦ ਨ ਦੇਖੋ ਚੀਨਾ, ਮੈਂ ਉਹਦਾ ਭੇਦ ਜਾਣਿਆ ਨਹੀਂ। ਆਇਓ ਜਬ ਬੁਝਿਓ ਸ੍ਰੀ ਨਾਨਕ, ਜਦੋਂ ਵਾਪਸ ਆਇਆ ਭਾਈ ਮਰਦਾਨਾ ਸਤਿਗੁਰੂ ਜੀ ਨੂੰ ਪੁੱਛਦਾ ਹੈ। ਐਨੋ ਜਾਏ ਪੁਜਾਇਓ, ਭਾਈ ਮਰਦਾਨਾ ਜੀ ਨੂੰ ਸਤਿਗੁਰੂ ਕਹਿੰਦੇ ਭਾਈ ਛੱਡ ਆਇਆ, ਕਿੱਥੇ ਜਾ ਕੇ ਪਹੁੰਚਾ ਆਇਆ ਹਾਂ। ਲਿਖਤੇ ਗੁਰ ਦੀਸਿਓ ਨਾਹੀ, ਕਹਿੰਦਾ ਮਹਾਰਾਜ ਹੈ ਤਾਂ ਮੇਰੇ ਨਾਲ ਸੀ, ਪਰ ਕਹਿੰਦੇ ਛੁਪ ਗਿਆ, ਮੈਨੂੰ ਤਾਂ ਦਿਖਿਆ ਹੀ ਨਹੀਂ। ਏਕ ਅਤਰ ਜਿਆਇਓ, ਮੈਂ ਤਾਂ ਹੈਰਾਨ ਜਾ ਹੋ ਕੇ ਇਹ ਅਚਰਜ ਕੌਤਕ ਦੇਖ ਕੇ ਮੁੜ ਆਇਆ। ਐ ਕਰ ਬੈਸ ਗਇਓ ਮਰਦਾਨਾ, ਇਉਂ ਕਹਿ ਕੇ ਭਾਈ ਮਰਦਾਨਾ ਜੀ ਬੈਠ ਗਏ। ਭੋਜਨ ਲਗਾ ਦਿਆਤਾ, ਦਿਆਲੂ ਕਿਰਪਾਲੂ ਸਤਿਗੁਰੂ ਜੀ ਨੂੰ ਪੁੱਛਣ ਲੱਗਾ, ਓ ਕਾਮਲੇ ਮਾਨਵ ਸੁਆਮੀ, ਇਹ ਮਾਲਕਾ ਇਹ ਬੰਦਾ ਕੌਣ ਸੀ? ਜਾਇ ਸੁਭਾਏ ਰਸਾਲਾ, ਮਹਾਰਾਜ ਸੱਚੇ ਪਾਤਸ਼ਾਹ ਜਿਹਦਾ ਸੁਭਾਅ ਬੜਾ ਰਸਦਾਇਕ ਸੀ, ਬੜਾ ਪ੍ਰੇਮ ਪੂਰਵਕ ਸੀ। ਅਬਰ ਨਰਨ ਕੀ ਜਾਂ ਕੀ ਕਤਨੈ, ਹੋਰ ਮਨੁੱਖਾਂ ਵਰਗੀ ਉਹਦੀ ਗਤੀ ਮਰਿਆਦਾ ਨਹੀਂ ਸੀ। ਜਗ ਰੂਪ ਤਤਵਾਨਾ, ਬੜੇ ਸੁੰਦਰ ਰੂਪ ਵਾਲਾ, ਬੜਾ ਸ਼ੋਭਾਵਾਨ ਕ੍ਰਾਂਤੀ ਵਾਲਾ ਸੀ। ਬਾਗਲ ਬਾਗੋ ਪਾਇਨ ਦੀਨਾ, ਫਿਰ ਮਹਾਰਾਜ ਸੱਚੇ ਪਾਤਸ਼ਾਹ ਉਹਨੇ ਰਬਾਬ ਵੀ ਦੇ ਦਿੱਤੀ ਆਪ ਨੂੰ ਭੇਟਾ ਵਜੋਂ। ਸਬਗ ਅਲੋਕ ਕਰਾਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਉਹ ਰਬਾਬ ਵੀ ਜਿਹੜੀ ਅਲੌਕਿਕ ਹੀ ਆ, ਮੈਂ ਇਹੋ ਜਿਹੀ ਨਹੀਂ ਦੇਖੀ, ਇਹੋ ਜਿਹੀ ਰਬਾਬ ਨਿਰਾਲੀ ਜੀ ਆਪਾਂ ਨੂੰ ਦੇ ਗਿਆ ਹੈ। ਨਾਨਾਦ ਕਤੋ ਜੈ ਗਾਥਾ, ਉਸ ਵੇਲੇ ਭਾਈ ਮਰਦਾਨਾ ਜੀ ਕਹਿੰਦੇ, ਹੇ ਗਰੀਬਾਂ ਦੇ ਮਾਲਕ ਸਤਿਗੁਰੂ ਜੀ ਇਹ ਗੱਲ ਮੈਨੂੰ ਸਮਝਾਓ ਆਇਓ ਦੇ ਅੰਤਰ ਧਿਆਨਾ, ਬਈ ਉਹ ਅਲੋਪ ਕਿਵੇਂ ਹੋ ਗਿਆ, ਅੰਤਰ ਧਿਆਨ ਕਿਵੇਂ ਹੋ ਗਿਆ। ਭਗਵਾਨ ਫਿਰ ਬਿਸਮੈ ਮੁਝ ਮਨ, ਉਹਨੂੰ ਇੰਨਾ ਸ਼ਕਤੀਆਂ ਵਾਲਾ ਦੇਖ ਕੇ ਮੇਰਾ ਮਨ ਹੈਰਾਨ ਹੋ ਗਿਆ। ਸ੍ਰੀ ਗੁਰੂ ਬਖਾਨਾ, ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਉਤੋ ਸੰਤ ਧਰਮਨ ਮਾਈ, ਕਹਿੰਦੇ ਭਾਈ ਮਰਦਾਨੇ ਉਹ ਕੋਈ ਆਮ ਮਨੁੱਖ ਨਹੀਂ ਸੀ, ਉਹ ਤਾਂ ਦੇਵਤਿਆਂ ਦੇ ਵਿੱਚ, ਦੇਵਤਿਆਂ ਦੀਆਂ ਸਾਧ ਸੰਗਤ ਜੀ ਤਿੰਨ ਕਿਸਮਾਂ ਹੈ, ਗੰਧਰਵ ਹਨ, ਕਿੰਨਰ ਹਨ ਤੇ ਜੱਛ ਹਨ। ਇੱਕ ਨੱਚਣ ਵਾਲੇ ਆ, ਇੱਕ ਗਾਉਣ ਵਾਲੇ ਆ ਤੇ ਇੱਕ ਸਾਜ਼ ਵਜਾਉਣ ਵਾਲੇ। ਸਾਜੀ, ਨਿਰਤਕਾਰ ਤੇ ਗਵਈਏ, ਤਿੰਨ ਪ੍ਰਕਾਰ ਦੇ ਦੇਵਤੇ ਹੁੰਦੇ ਆ। ਕਹਿੰਦੇ ਉਹਨਾਂ ਦੇ ਵਿੱਚੋਂ ਇਹ ਗੰਧਰਵ ਸੀ, ਇਹ ਕੀਰਤਨ ਕਰਨ ਵਾਲਾ ਸੀਗਾ, ਇਹ ਸੰਤ ਦੇਵਤਿਆਂ ਵਿੱਚੋਂ ਸੀ। ਜੇ ਹਰ ਕੀਰਤ ਪਿਆਰੀ, ਜਿਹਨੂੰ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਕੀਰਤਨ ਕਰਨਾ ਪਿਆਰਾ ਹੈ। ਇਹ ਦਿਨ ਰਹਿਤ ਪ੍ਰੇਮ ਰੰਗ ਰਤਾ, ਇਹ ਦਿਨ ਰਾਤ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਇਹ ਬਾਗ ਕਰ ਧਾਰੀ, ਤੇ ਇਹ ਰਬਾਬ ਆਪਣੇ ਹਮੇਸ਼ਾ ਹੱਥ ਵਿੱਚ ਹੀ ਰੱਖਦਾ ਹੈ। ਨਿਰੰਕਾਰ ਕੀ ਚਾਹੇ ਹੋਤੀ ਮਨ, ਇਹਦੇ ਮਨ ਵਿੱਚ ਬਹੁਤ ਦੇਰ ਦੀ ਚਾਹਨਾ ਸੀ। ਬਾਦਲ ਦੇਨ ਰਸਾਲਾ, ਇਹ ਜਿਹੜਾ ਸੁੰਦਰ ਸਾਜ਼ ਹੈ, ਰਸਦਾਇਕ ਸਾਜ਼ ਹੈ, ਇਹ ਸਾਜ਼ ਰਬਾਬ ਸਾਨੂੰ ਦੇਣ ਵਾਸਤੇ ਸੋ ਅਵਤਯੋ ਬਜਾਦੋ ਦੇ ਕਰ, ਉਹ ਸਾਨੂੰ ਦੇ ਗਿਆ ਭਾਈ ਮਰਦਾਨੇ। ਹੁਣ ਆਪਣੇ ਹੱਥ ਵਿੱਚ ਲੈ ਕੇ ਇਹਨੂੰ ਵਜਾ ਨਾ ਕਰ ਦਰਹਾਤਾ, ਤੇ ਬਿਲਕੁਲ ਹੁਣ ਕਹਿੰਦੇ ਦੇਰੀ ਨਾ ਕਰ। ਆਇ ਸਮਾਨ ਲਿਓ ਮਰਦਾਨੇ, ਉਸ ਵੇਲੇ ਭਾਈ ਮਰਦਾਨੇ ਨੇ ਸਤਿਗੁਰੂ ਦੀ ਆਗਿਆ ਮੰਨ ਕੇ ਕਰਨ ਲਗਿਓ ਤਉ ਸੁਰਗ, ਹੱਥ ਵਿੱਚ ਲੈ ਕੇ ਰਬਾਬ ਦੀਆਂ ਤਾਰਾਂ ਨੂੰ ਛੇੜਨ ਲੱਗਿਆ, ਸੁਰ ਵਿੱਚ ਕਰਨ ਲੱਗਿਆ। ਸ੍ਰੀ ਗੁਰੂ ਭਲਿਓ ਬਨੈ ਸੁਰਿਆਪੇ, ਸਤਿਗੁਰੂ ਕਹਿੰਦੇ ਭਾਈ ਮਰਦਾਨੇ ਇਹਨੂੰ ਨਾ ਛੇੜ, ਸੁਰ ਆਪੇ ਬਣ ਜਾਵੇਗਾ। ਵਾਹੋ ਫਿਲਮ ਨਾ ਕਰਕੋ, ਬਸ ਕਹਿੰਦੇ ਤੁਸੀਂ ਵਜਾਵੋ, ਹੁਣ ਦੇਰੀ ਨਾ ਲਾਓ। ਸੰਤ ਬਜਾਇਓ ਤੈਂਤ ਕਾਲਾ, ਸੁਣ ਕੇ ਉਸ ਵੇਲੇ ਭਾਈ ਮਰਦਾਨੇ ਨੇ ਉਸੇ ਸ਼ਨ ਰਬਾਬ ਵਜਾਈ। ਸੁਰ ਬੰਗਾ ਤਬਿਆਤੇ, ਆਪਣੇ ਆਪ ਹੀ ਸਾਧ ਸੰਗਤ ਜੀ ਬਿਨਾਂ ਸੁਰ ਕੀਤੇ ਸੁਰ ਤਾਲ ਵਿੱਚ ਹੋ ਗਈ। ਐਸੀ ਬਾਤ ਨਾ ਦਰਜ ਥਾਕੋ, ਤੇ ਜੇ ਕੋਈ ਹੈਰਾਨੀ ਮੰਨੇ ਵੀ ਇਹ ਤਾਂ ਅਚਰਜ ਜੀ ਗੱਲ ਹੋ ਗਈ, ਬਿਨਾਂ ਸੁਰ ਕੀਤਿਆਂ ਸੁਰ ਵਿੱਚ ਕਿਵੇਂ ਹੋ ਗਈ, ਤੇ ਕਵੀ ਜੀ ਕਹਿੰਦੇ ਇਹੋ ਜੀ ਗੱਲ ਹੈਰਾਨੀ ਕੁਨ ਨਹੀਂ ਹੈ ਸਤਿਗੁਰੂ ਵਾਸਤੇ। ਜਾਏ ਸੁਰਾ ਸੁਰ ਥਾਪੇ, ਕਿਉਂਕਿ ਉਹ ਵਾਹਿਗੁਰੂ ਨੇ ਸੁਰਾ ਸੁਰ ਦੇਵੀ ਦੇਵਤੇ ਦੈਂਤ ਇਤਿਆਦਿਕ ਜਿਹਨੇ ਥਾਪੇ ਹੈ, ਉਹਨਾਂ ਨੂੰ ਟਿਕਾਣੇ ਰੱਖਿਆ, ਸੁਰਾਂ ਦੇ ਵਿੱਚ ਰੱਖਿਆ ਹੋਇਆ। ਜਾਂ ਜਿਸ ਵਾਹਿਗੁਰੂ ਨੇ ਸੁਰਾਂ ਜਿਹੜੀਆਂ ਬੇਸੁਰੇ ਤੇ ਜਿਹੜੇ ਸੁਰ ਦੇ ਵਿੱਚ ਹੈ, ਉਹ ਵਾਹਿਗੁਰੂ ਨੇ ਥਾਪੇ ਹੋਏ ਆ, ਸਾਰੇ ਸਾਜ਼ ਉਹਦੇ ਬਣਾਏ ਹੋਏ ਆ। ਉਹਦੇ ਵਾਸਤੇ ਆ ਰਬਾਬ ਨੂੰ ਬਚਨਾਂ ਨਾਲ ਸੁਰ ਕਰਨਾ, ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ। ਭਈ ਵਾਜਬੀ ਨੰਕਾਰਾ, ਜਦੋਂ ਭਾਈ ਮਰਦਾਨੇ ਨੇ ਰਬਾਬ ਵਜਾਈ ਤੇ ਉਸ ਵੇਲੇ ਰਬਾਬ ਦੇ ਵਿੱਚੋਂ ਆਵਾਜ਼ ਆਈ, ਤੂੰ ਹੀ ਨਿਰੰਕਾਰ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਆਵਾਜ਼ ਆਈ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਨਿਰੰਕਾਰ ਕਰਤਾਰਾ, ਹਾਂ, ਇਸ ਪ੍ਰਕਾਰ ਉਹ ਕਰਤਾਰ ਨਿਰੰਕਾਰ ਹੈ। ਇਸ ਪ੍ਰਕਾਰ ਦੀਆਂ ਆਵਾਜ਼ਾਂ ਆਈਆਂ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਬੋਲ ਮਰਦਾਨਿਆਂ ਸਤ ਕਰਤਾਰ।
ਇਉਂ ਆਵਾਜ਼ਾਂ ਉਹ ਰਬਾਬ ਵਿੱਚੋਂ ਨਿਕਲੀਆਂ। ਤੇ ਪੀਛੇ ਸ੍ਰੀ ਨਾਨਕ ਬਿਨਤੀ, ਉਸ ਤੋਂ ਪਿੱਛੋਂ ਸਤਿਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕਰਕੇ, ਹੋਵੇਂ ਤਾਰ ਮਝਾਰਾ। ਹਾਂ, ਇਹਦੀਆਂ ਤਾਰਾਂ ਦੇ ਵਿੱਚੋਂ ਬੜੇ ਬੇਨਤੀ ਰੂਪੀ ਸ਼ਬਦ ਨਿਕਲ ਰਹੇ ਹਨ, ਆਵਾਜ਼ ਨਿਕਲ ਰਹੀ ਹੈ, ਸੁਰਾਂ ਨਿਕਲ ਰਹੀਆਂ ਹਨ। ਭਏ ਪ੍ਰੇਮ ਮੈਂ ਪਸ਼ੂ ਪੰਛੀ, ਜਦੋਂ ਰਬਾਬ ਦੀ ਆਵਾਜ਼ ਆਈ, ਜਿੰਨੇ ਪਸ਼ੂ ਪੰਛੀ ਸੀ ਜੰਗਲ ਦੇ, ਉਹ ਸਾਰੇ ਸਾਧ ਸੰਗਤ ਜੀ ਬੜੇ ਪ੍ਰੇਮ ਵਿੱਚ ਮਗਨ ਹੋ ਗਏ। ਸਭ ਮੋਹੇ ਮਨ ਬਦਿਆਨਾ, ਜਿੰਨੇ ਜੰਗਲ ਦੇ ਵਿੱਚ ਪਸ਼ੂ ਪੰਛੀ ਸੀ ਸਾਰਿਆਂ ਦੇ ਮਨ ਮੋਹੇ ਗਏ। ਕਰਵਰ ਤੇ ਰਸ ਨਿਚਰਨ ਲਾਗਿਓ, ਜਿਹੜੇ ਦਰਖਤ ਸੀ ਉਹਨਾਂ ਦੇ ਵਿੱਚੋਂ ਪ੍ਰੇਮ ਰਸ ਨੁਚੜਨ ਲੱਗ ਪਿਆ। ਵਿਸਰਾ ਸਭਨਾ ਪਾਨਾ, ਸਭ ਨੂੰ ਆਪਣਾ ਆਪਾ ਭੁੱਲ ਗਿਆ। ਸੁਣ ਸੁਣ ਸ੍ਰੀ ਨਾਨਕ ਮਨ ਭਾਈ, ਸੁਣ ਸੁਣ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਨੂੰ ਬੜਾ ਭਾਰਿਆ, ਚੰਗਾ ਲੱਗ ਰਿਹਾ ਰਬਾਬ ਦਾ ਨਾਦ। ਲਗੀ ਸਮਾਦ ਕੁੰਡਾ, ਤੇ ਸਤਿਗੁਰੂ ਜੀ ਨੂੰ ਬਹੁਤ ਚੰਗਾ ਲੱਗਿਆ ਨਾ, ਸਮਾਧੀ ਲੱਗ ਗਈ ਇੱਕ ਰਸ ਸਤਿਗੁਰੂ ਦੀ। ਪਲਕ ਜੁਟੀ ਜੁਗ ਭਏ ਬਦੇਹਾ, ਪਲਕਾਂ ਜੁੜ ਗਈਆਂ, ਨੇਤਰ ਬੰਦ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਦੇ ਮੁਕਤ ਹੋ ਕੇ ਬੈਠ ਗਏ, ਦੇਹੀ ਤੋਂ ਪਾਸੇ ਹੋ ਗਏ। ਸਵਾਸ ਕਸਮ ਦਰ ਮੁੰਡਾ, ਸਤਿਗੁਰੂ ਜੀ ਦੇ ਸਵਾਸ ਜਿਹੜੇ ਸੀ 10 ਦਵਾਰ ਚੜ ਗਏ। ਹਉ ਅਸ਼ੋਕ ਸ਼ੂਰਨ ਨੈ ਕਿਰਪੋ, ਐਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੋਬ ਤੋਂ ਰਹਿਤ ਹੋ ਕੇ ਛੱਡਦੇ ਨਹੀਂ ਇਹ ਸਮਾਧੀ ਨੂੰ। ਬੀਤ ਗਏ ਦਿਨ ਦੋ, ਸਮਾਧੀ ਵਿੱਚ ਬੈਠਿਆਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ 2 ਦਿਨ ਬਤੀਤ ਹੋ ਗਏ। ਪਦਮਾਸਨ ਬੈਸੇ ਅਸ ਸੋਤਾ, ਸਤਿਗੁਰੂ ਜੀ ਪਦਮ ਆਸਣ ਦੇ ਵਿੱਚ ਬੈਠੇ ਹੋਏ, ਜਿਹੜਾ ਸਿੱਧ ਆਸਣ ਪਦਮ ਆਸਣ ਯੋਗੀਆਂ ਦਾ ਹੁੰਦਾ, ਇਉਂ ਸ਼ੋਭਾ ਪਾ ਰਹੇ ਹਨ। ਜਿਵ ਸ਼ਿਵ ਕਲਮਲ ਕੋ, ਜਿਵੇਂ ਸ਼ਿਵ ਕਹੀਏ ਕਲਿਆਣ ਮੁਕਤੀ ਜਿਹੜੀ ਹੈ ਹਰ ਪ੍ਰਕਾਰ ਦੇ ਪਾਪਾਂ ਨੂੰ ਖੋਣ ਵਾਲੀ ਹੁੰਦੀ ਹੈ ਨਾ, ਨਾਸ਼ ਕਰਨ ਵਾਲੀ ਹੈ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਕਤੀ ਰੂਪ ਹੋ ਕੇ ਸਾਹਮਣੇ ਬੈਠੇ ਸ਼ੋਭ ਰਹੇ ਆ। ਜਾਂ ਜਿਵ ਸ਼ਿਵ ਕਲਮਲ ਖੋਊ, ਜਿਵੇਂ ਸ਼ਿਵ ਜੀ ਪਾਪਾਂ ਨੂੰ ਕੱਟਣ ਵਾਲਾ ਉਹ ਸਮਾਧੀ ਵਿੱਚ ਬਹਿੰਦਾ, ਇਉਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਮਾਧੀ ਸਥਿਤ ਹੋ ਕੇ ਬੈਠੇ ਹੈ। ਸੋ ਇੱਥੇ ਇਸ ਪ੍ਰਸੰਗ ਦੀ ਸਮਾਪਤੀ ਹੈ। ਅੱਗੇ ਜਿਵੇਂ ਪ੍ਰਸੰਗ ਆਵੇਗਾ, ਭੈਣ ਨਾਨਕੀ ਜੀ ਪਾਸੋਂ ਵਿਦਾਇਗੀ ਲੈਣਗੇ, ਭਾਈ ਮਰਦਾਨੇ ਨੂੰ ਭੁੱਖ ਲੱਗੇਗੀ। ਜਿਵੇਂ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਕੌਤਕ ਵਰਤਾਉਣਗੇ, ਭਾਈ ਮਰਦਾਨੇ ਦੇ ਨਾਲ ਹਾਸ ਰਸ ਦੇ ਵਚਨ ਵੀ ਹੱਸਦੇ ਖੇਡਦੇ ਹੋਏ ਕਰਨਗੇ। ਸੋ ਇਹ ਪ੍ਰਸੰਗ ਆਪਾਂ ਅੱਗੇ ਸਰਵਣ ਕਰਾਂਗੇ। ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਇੱਥੇ ਵਿਸ਼ਰਾਮ ਦਿੰਦਾ ਹਾਂ। ਕਿਰਪਾ ਕਰਨੀ ਅਰਦਾਸ ਕਰਿਓ ਸਤਿਗੁਰੂ ਜੀ ਸੇਵਾ ਤੇ ਸਿਮਰਨ ਬਖਸ਼ਣ ਦੇਹੋ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਅਸ਼ੋਕ ਸ਼ੂਰਨ ਤੇ ਬੀਤ ਗਏ ਦਿਨ ਦੋ, ਪਦਮਾਸਨ ਬੈਸੇ ਅਸ ਸੋਹੈ, ਜਿਵ ਸ਼ਿਵ ਕਲਮਲ ਖੋ।